मैं बिन गुर देखे नींद न आवे, मेरे मन तन वेदन गुर बिरहों लगावे। हर हर दया करो गुर मेलो, धन नानक गुर मिल रहसे जियो। मेरे बाला प्रीतम प्यारिया, मेरे बाला प्रीतम प्यारिया दे दर्शन अखियां ठार जा। मेरे बाला प्रीतम प्यारिया दे दर्शन अखियां ठार जा। मेरे बाला प्रीतम प्यारिया तेरा दर्शन अखियां ठार जा। मेरे बाला प्रीतम प्यारिया दे दर्शन अखियां ठार जा। मेरे बाला प्रीतम प्यारिया तेरा दर्शन अखियां ठार जा। मेरे बाला प्रीतम प्यारिया दे दर्शन अखियां ठार जा। मेरे बाला प्रीतम प्यारिया दे दर्शन अखियां ठार जा। मेरे बाला प्रीतम प्यारिया दे दर्शन अखियां ठार जा। बाला प्रीतम प्यारिया तेरे दर्शन अखियां ठार जा। बाला प्रीतम प्यारिया तेरे दर्शन अखियां ठार जा। मेरे बाला प्रीतम प्यारिया तेरे दर्शन अखियां ठार जा। बाला प्रीतम प्यारिया तेरे दर्शन अखियां ठार जा। दर्शन अखियां ठार जा। दर्शन अखियां ठार जागे। दर्शन अखियां ठार जा। 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 मेरे बाला प्रीतम प्यारिया दे दर्शन अखियां ठार जा। मेरे बाला प्रीतम प्यारिया दे दर्शन अखियां ठार जा। बाला प्रीतम प्यारिया तेरे दर्शन अखियां ठार जा। बाला प्रीतम प्यारिया तेरे दर्शन अखियां ठार जा। बाला प्रीतम प्यारिया तेरे दर्शन अखियां ठार जा। मेरे बाला प्रीतम प्यारिया तेरे दर्शन अखियां ठार जा। सत्कारयोग गुरु रूप प्यारी साध संगत जी, जिन्ने भी सत्संगी जन गुरु साहब की पावन पवित्र हजूरी दे विच रात दे हफ्तावारी दीवान भी है और चल रहे लड़ीवार समागमां दे विच आपां सारिआं ते सतगुरु जी ने किरपा मेहरामत बख्शिश कीती है कि दूरों नेड़ों चल करके आप सब सतगुरु जी के प्यार दे विच महाराज साहब जी के चरनां विच हाज़र होए हो। सारियां संगतां नूं गुरु साहब के चरनां दे विच जी आयां नूं। आओ महाराज साहब जी के चरनां विच हाज़री लवाइए, प्यार सहित उचारण करो जी। वाहिगुरु जी का खालसा, वाहिगुरु जी की फतेह। लड़ी जोड़न वास्ते कल दी जिहड़ी साखी चल रही सी उन्होंने नाल जोड़ लो कि पंडित शिवदत्त जी वर्गे उस समय दे पूजे हुए साधु अरदासां करदे ने, हे बाला प्रीतम दर्शन बख्श के अखियां ठार जा, साडियां अखां नूं शांत कर जा। महाराज साहब कहंदे भी ये अखां किवें शांत होंदियां ने, अखां किवें ठंडियां होंदियां ने।
ਜਿਵੇਂ ਆਪਣਾ ਪ੍ਰੇਮ ਹੈ ਧੀਆਂ ਪੁੱਤਰਾਂ ਦੇ ਨਾਲ, ਜਿਹਦੇ ਨਾਲ ਵੀ ਪ੍ਰੇਮ ਆਪਾਂ ਕਹਿੰਦੇ ਆ ਵੀ ਦੇਖ ਕੇ ਮੇਰੀਆਂ ਅੱਖਾਂ ਨੂੰ ਠੰਡ ਪੈ ਗਈ, ਹੱਥ ਸੱਤ ਮੇਰੇ ਅੰਦਰ ਨੂੰ ਠੰਡ ਪੈ ਗਈ, ਅੱਖਾਂ ਨੂੰ ਠੰਡ ਪੈ ਗਈ। ਤਾਂ ਜਿਨ੍ਹਾਂ ਨੂੰ ਪ੍ਰੀਤ ਹੈ ਉਹਨਾਂ ਨੇ ਕਿਹਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ। ਕਹਿੰਦੇ ਉਹਨਾਂ ਨੇ ਜਦੋਂ ਇਹਨਾਂ ਅੱਖਾਂ ਦੇ ਨਾਲ ਪ੍ਰੀਤਮ ਨੂੰ ਵੇਖ ਲਿਆ ਸਾਹਮਣੇ, ਤਾਂ ਤਨ ਔਰ ਮਨ ਜਿਹੜੇ ਆ ਉਹ ਦੋਵੇਂ ਨਿਹਾਲ ਹੋ ਗਏ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ। ਤੇ ਜਿਨ੍ਹਾਂ ਅੱਖਾਂ ਨੇ ਅਜੇ ਤੱਕ ਪ੍ਰੀਤਮ ਦਾ ਦੀਦਾਰ ਨਹੀਂ ਕੀਤਾ, ਮਹਾਰਾਜ ਕਹਿੰਦੇ ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ। ਕਹਿੰਦੇ ਉਹ ਅੱਖਾਂ ਬੇਹਾਲ ਨੇ ਜਿਨ੍ਹਾਂ ਨੇ ਅਜੇ ਤੱਕ ਪ੍ਰੀਤਮ ਪਿਆਰੇ ਨੂੰ, ਨਿਰੰਕਾਰ ਨੂੰ, ਪਰਮੇਸ਼ਵਰ ਨੂੰ ਵੇਖਿਆ ਹੀ ਨਹੀਂ ਹੈ। ਜਿਉਂ ਆਪਾਂ 9-10 ਸਾਲ ਦੀ ਉਮਰ ਦੇ ਵਿੱਚ ਆਪਾਂ ਵਾਹਿਗੁਰੂ ਮਹੀਨਿਆਂ ਦੀ ਉਮਰ 'ਚ ਅੱਖਾਂ ਖੋਲੀਆਂ, ਕਿਉਂਕਿ 9-10 ਮਹੀਨੇ ਦੀ ਉਮਰ ਤਾਂ ਮਾਤਾ ਦੀ ਉਦਰ ਦੇ ਵਿੱਚ ਲੰਘ ਗਈ ਅੱਖ ਸੱਤ। ਬੇਸ਼ੱਕ ਆਪਾਂ ਉਦੋਂ ਤੋਂ ਸ਼ੁਰੂ ਕਰਦੇ ਹਾਂ ਜਦੋਂ ਤੋਂ ਆਪਣਾ ਬਰਥ ਹੁੰਦਾ, ਪਰ ਉਮਰ ਤਾਂ ਉਦੋਂ ਪਹਿਲਾਂ ਹੀ ਸ਼ੁਰੂ ਹੋ ਗਈ ਨਾ ਅੱਖ ਸਤਨਾਮ। ਤਾਂ ਜਦੋਂ ਦੀਆਂ ਆਪਾਂ ਅੱਖਾਂ ਖੋਲੀਆਂ, ਪਤਾ ਨਹੀਂ ਇਹਨਾਂ ਅੱਖਾਂ ਦੇ ਨਾਲ ਆਪਾਂ ਕੀ ਕੁਝ ਵੇਖਿਆ, ਕੀ ਕੁਝ ਤੱਕਿਆ, ਪਰ ਅਜੇ ਤੱਕ ਵੀ ਇਹ ਅੱਖਾਂ ਜਿਹੜੀਆਂ ਉਹ ਰੱਜੀਆਂ ਨਹੀਂ। ਅੱਖ ਸਤਨਾਮ। ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਬਹੁਤ ਰੰਗ ਤਮਾਸ਼ੇ ਵੇਖੇ, ਬੜੀ ਦੁਨੀਆ ਵੇਖੀ, ਪਰ ਕਹਿੰਦੇ ਇਹ ਜਿਹੜੀਆਂ ਅੱਖਾਂ ਨੇ ਅਜੇ ਤੱਕ ਰੱਜੀਆਂ ਨਹੀਂ। ਅੱਖ ਸਤਨਾਮ। ਇਹ ਅੱਖੀਆਂ ਅਜੇ ਨਹੀਂ ਰੱਜੀਆਂ, 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 ਅੱਖੀਆਂ ਅਜੇ ਨਹੀਂ ਰੱਜੀਆਂ, ਇਹ 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 ਅੱਖੀਆਂ ਅਜੇ ਨਹੀਂ ਰੱਜੀਆਂ। ਬਹੁ ਰੰਗ ਤਮਾਸ਼ੇ ਵੇਖੇ, ਬਹੁ ਰੰਗ ਤਮਾਸ਼ੇ ਵੇਖੇ, ਬਹੁ ਰੰਗ ਤਮਾਸ਼ੇ ਦੇਖੇ, ਰੰਗ ਤਮਾਸ਼ੇ ਦੇਖੇ, ਤਮਾਸ਼ੇ ਦੇਖੇ, ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ, ਬਹੁ ਰੰਗ ਤਮਾਸ਼ੇ ਵੇਖੇ, 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 ਇਹ ਅੱਖੀਆਂ ਅਜੇ ਨਹੀਂ ਰੱਜੀਆਂ, 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 ਇਹ ਅੱਖੀਆਂ ਅਜੇ ਨਹੀਂ ਰੱਜੀਆਂ। ਮਹਾਰਾਜ ਜੀ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਹਿੰਦੇ ਕਿੰਨਾ ਕੁਛ ਆਪਾਂ ਇਹਨਾਂ ਅੱਖਾਂ ਨਾਲ ਵੇਖਿਆ, ਰੱਜ ਗਈਆਂ ਨਹੀਂ ਰੱਜੀਆਂ। ਅੱਖ ਸਤਨਾਮ। ਵੇਖੀ ਜਾਂਦੀਆਂ ਵੇਖੀ ਜਾਂਦੀਆਂ, ਕੰਨ ਸੁਣ ਸੁਣ ਕੇ ਨਹੀਂ ਰੱਜੇ। ਅੱਖ ਸਤਨਾਮ।
ਨੱਕ ਨਾ ਰੱਜਾ ਬਾਸ ਲੈ, ਆ ਜਿਹੜੀ ਨਾਸਕ ਹੈ ਅਜੇ ਇਹ ਸੁਗੰਧਾਂ ਲੈ ਲੈ ਕੇ ਨਹੀਂ ਰੱਜੀ, ਅਜੇ ਤੱਕ ਕਹਿੰਦੇ ਅੰਤਰਮੁਖੀ ਨਹੀਂ ਹੋਏ, ਅਜੇ ਬਾਹਰ ਨੂੰ ਹੀ ਤੁਰੇ ਫਿਰਦੇ ਆ। ਆਖੋ ਸਤਿਨਾਮ। ਜਦੋਂ ਅੰਦਰ ਨੂੰ ਹੋ ਗਏ ਤਾਂ ਪੰਡਤ ਸ਼ਿਵਦੱਤ ਨੇ ਨੇਤਰ ਬੰਦ ਕੀਤੇ ਹੋਏ ਨੇ। ਨੈਣਾ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਰਾਤ ਦੱਸਿਆ ਸੀ ਕਿ ਉਹ ਪਿਆਰੀ ਮੂਰਤ ਜਿਹੜੀ ਲੱਡੂ ਦਿਖਾ ਕੇ ਭਜਦੀ ਸੀ ਨਾ, ਉਹ ਨੈਣਾ ਦੇ ਵਿੱਚ ਵਸਾ ਲਏ ਤੇ ਨੇਤਰ ਬੰਦ ਕਰਕੇ ਬੈਠਾ ਰਿਹਾ ਕਰੇ। ਆਖੋ ਸਤਿਨਾਮ। ਰਾਣੀ ਮੈਣੀ ਤੇ ਰਾਜਾ ਫਤਿਹ ਚੰਦ ਮੈਣੀ ਬੇਨਤੀਆਂ ਕਰਦੇ ਐ ਕਿ ਮਹਾਰਾਜ ਪੰਡਤ ਸ਼ਿਵਦੱਤ ਜੀ ਕਿਤੇ ਕਿਰਪਾ ਕਰੋ, ਕਿਤੇ ਮਿਹਰ ਕਰੋ, ਸਾਨੂੰ ਵਿਚੋਲੇ ਬਣੋ ਤੇ ਸਾਨੂੰ ਰਸਤਾ ਵਿਖਾਓ ਵੀ ਅਸੀਂ ਗੋਬਿੰਦ ਤੱਕ ਕਿਵੇਂ ਪਹੁੰਚ ਜਾਈਏ। ਆਖੋ ਵਾਹਿਗੁਰੂ। ਗੋਬਿੰਦ ਤੱਕ ਪਹੁੰਚਣਾ ਬੜਾ ਕਠਿਨ ਸੀ, ਬੜਾ ਔਖਾ ਸੀ। ਆਖੋ ਸਤਿਨਾਮ। ਥਾਲ ਆਖਿਆ ਸੀ ਮਹਾਰਾਜ ਜੀ ਦੇ ਜਿਹੜਾ, ਆਖੋ ਸਤਿਨਾਮ ਸ੍ਰੀ, ਬੋਲੋ ਸਤਿਨਾਮ ਸ੍ਰੀ। ਗੋਬਿੰਦ ਤੱਕ ਪਹੁੰਚਣਾ ਬੜਾ ਕਠਿਨ ਸੀ। ਬੇਨਤੀਆਂ ਕਰਦੇ ਰਾਣੀ ਤੇ ਰਾਜਾ ਫਤਿਹ ਚੰਦ ਮੈਣੀ। ਹੁਣ ਵੇਖੋ ਗੋਬਿੰਦ ਤੱਕ ਕਿਵੇਂ ਪਹੁੰਚਿਆ ਜਾ ਸਕਦਾ। ਸਭ ਤੋਂ ਪਹਿਲੀ ਕੰਡੀਸ਼ਨ ਤਾਂ ਮਹਾਰਾਜ ਨੇ ਬਚਨਾਂ ਵਿੱਚ ਲਿਖੀ ਹੈ ਵੀ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਸਕੇ। ਬੋਲੋ ਵਾਹਿਗੁਰੂ। ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਸਕੇ, ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪਰ ਆਪਣੇ ਕਿੰਨਿਆਂ ਕਿਤੇ ਮਨ ਵਿੱਚ ਪਿਆਰ ਹੈ ਵੀ ਸਤਿਗੁਰੂ ਜੇ ਤੁਹਾਡਾ ਬਚਨ ਹੈ ਵੀ ਪੰਜ ਕਕਾਰ ਪਾਉਣ ਨਾਲ ਤੁਸੀਂ ਖੁਸ਼ ਹੁੰਦੇ ਹੋ, ਸਾਡਾ ਜੀਵਨ ਬਣੇ ਨਾ ਬਣੇ ਇਹ ਤਾਂ ਦੂਜੇ ਨੰਬਰ ਦੀ ਗੱਲ ਹੈ ਨਾ। ਆਖੋ ਵਾਹਿਗੁਰੂ। ਇਹ ਤਾਂ ਦੂਜੀ ਗੱਲ ਹੈ। ਪਹਿਲੀ ਗੱਲ ਇਹ ਹੈ ਵੀ ਜੇ ਮਹਾਰਾਜ ਤੁਸੀਂ ਖੁਸ਼ ਹੁੰਦੇ ਹੋ ਤੇ ਅਸੀਂ ਮਹਾਰਾਜ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕਾਂਗੇ। ਆਖੋ ਸਤਿਨਾਮ। ਕੀ ਸਾਡੇ ਮਨ 'ਚ ਭਾਵਨਾ ਹੈ? ਨਾ, ਬਸ ਮਨ ਦੇ ਪਿੱਛੇ ਲੱਗੇ ਫਿਰਦੇ ਆ। ਮਨ ਕਹਿ ਦਿੰਦਾ ਐ ਹੋ ਜੂਗਾ, ਗਲਤੀ ਹੋ ਜੂ, ਕੋਈ ਭੁੱਲ ਹੋ ਜੂ, ਕੋਈ ਪਾਪ ਨਾ ਹੋ ਜੇ। ਗਿਆਨੀ ਜੀ ਇੱਕ ਦਿਨ ਕਥਾ ਕਰਦੇ ਕਹਿੰਦੇ ਸੀ, ਪਿੰਦਰਪਾਲ ਸਿੰਘ ਕਹਿੰਦੇ ਸਭ ਤੋਂ ਵੱਡਾ ਗੁਨਾਹ ਇਹ ਹੁੰਦਾ ਆਪਣੇ ਗੁਰੂ ਦੀ ਗੱਲ ਨੂੰ ਨਾ ਮੰਨਣਾ। ਆਖੋ ਵਾਹਿਗੁਰੂ। ਇਦੋਂ ਵੱਡੀ ਬੇਅਦਬੀ ਕਿਹੜੀ? ਆਪਾਂ ਇਹੀ ਡਰਦੇ ਆ ਨਾ ਵੀ ਕੋਈ ਬੇਅਦਬੀ ਨਾ ਹੋ ਜਾਏ। ਤਾਂ ਗਿਆਨੀ ਜੀ ਕਹਿੰਦੇ ਇਦੋਂ ਵੱਡੀ ਬੇਅਦਬੀ ਕਿਹੜੀ ਹੈ ਵੀ ਤੁਸੀਂ ਆਪਣੇ ਗੁਰੂ ਦਾ ਬਚਨ ਨਹੀਂ ਮੰਨ ਰਹੇ। ਆਖੋ ਸਤਿਨਾਮ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ। ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਸਕੇ। ਮਹਾਰਾਜ ਕਹਿੰਦੇ ਸਿੱਖਾ ਮੈਨੂੰ ਤੇਰੇ ਗਲ ਦੇ ਵਿੱਚ ਪਾਈ ਹੋਈ ਕਿਰਪਾਨ ਬੜੀ ਸੋਹਣੀ ਲੱਗਦੀ ਹੈ, ਤੇਰੇ ਹੱਥ ਵਿੱਚ ਕੜਾ ਬੜਾ ਸੋਹਣਾ ਲੱਗਦਾ ਹੈ, ਤੇਰੇ ਕੇਸਾਂ ਦੇ ਵਿੱਚ ਕੰਘਾ ਬੜਾ ਸੋਹਣਾ ਲੱਗਦਾ ਹੈ, ਤੇਰੇ ਤੇੜ ਪਾਇਆ ਕਸ਼ਹਿਰਾ ਬੜਾ ਸੋਹਣਾ ਲੱਗਦਾ ਹੈ। ਪਰ ਕੀ ਆਪਾਂ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਨਾਲ ਪ੍ਰੇਮ ਕਰ ਲਿਆ? ਨਹੀਂ ਕੀਤਾ। ਆਖੋ ਸਤਿਨਾਮ। ਆ ਹੁਣ 15 ਦਿਨਾਂ ਤੱਕ ਸ਼ਹੀਦੀ ਕਵਿਤਾਵਾਂ ਸ਼ੁਰੂ ਹੋ ਜਾਣਗੀਆਂ, ਸਟੇਟਸ ਬੜੇ ਲਾਵਾਂਗੇ, ਰੋਵਾਂਗੇ ਵੀ ਇੰਨਾ ਕੁਝ ਹੋ ਗਿਆ। ਬਸ ਜਦੋਂ 27 ਦਸੰਬਰ 28 ਦਸੰਬਰ ਲੰਘ ਗਈ ਮੁੜ ਕੇ ਫੇਰ ਸਾਰਾ ਕੁਝ ਭੁੱਲ ਜਾਂਗੇ। ਆਖੋ ਸਤਿਨਾਮ। ਥੋੜੇ ਕੁ ਦਿਨ ਯਾਦ ਰੱਖਾਂਗੇ, ਫੇਰ ਭੁੱਲ ਜਾਵਾਂਗੇ ਸਭ। ਖੈਰ ਪੰਡਤ ਸ਼ਿਵਦੱਤ ਨੂੰ ਬੀਬੀ ਵਿਸ਼ਵੰਬਰੀ ਦੇਵੀ ਰਾਣੀ ਮੈਣੀ ਬੇਨਤੀਆਂ ਕਰਦੀ ਹੈ ਵੀ ਹੁਣ ਦੱਸੋ, ਜੇ ਇਹਨਾਂ ਦੱਸਦਾ ਵੀ ਪਟਨੇ ਦੀਆਂ ਗਲੀਆਂ ਦੇ ਵਿੱਚ ਖੁਦ ਨਿਰੰਕਾਰ ਗੋਬਿੰਦ ਰੂਪ ਦੇ ਵਿੱਚ ਭਾਗ ਲਾ ਰਹੇ ਨੇ ਤਾਂ ਹੁਣ ਉਹਨਾਂ ਦੇ ਨਾਲ ਮਿਲਾਪ ਵੀ ਕਰਵਾ ਦਿਓ। ਆਖੋ ਸਤਿਨਾਮ। ਕੋਈ ਵਿਚੋਲਾ ਚਾਹੀਦਾ। ਰਾਤ ਵੀ ਧਾਰਨਾ ਪੜੀ ਸੀ, ਆਓ ਪੜੀਏ। ਰਾਣੀ ਬੇਨਤੀਆਂ ਕਰਦੀ ਹੈ। ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆਂ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆਂ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆਂ ਨੂੰ ਗੁਰੂ ਮਿਲਾਵੇ। ਬਣ ਕੇ
ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ, ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾਵੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਵਿਛੜਿਆ ਨੂੰ ਗੁਰੂ ਮਿਲਾਵੇ, ਗੁਰੂ ਮਿਲਾਵੇ। ਵਿਛੜਿਆ ਨੂੰ ਗੁਰੂ ਮਿਲਾਵੇ, ਵਿਛੜਿਆ ਨੂੰ ਗੁਰੂ ਮਿਲਾਵੇ। ਵਿਛੜਿਆ ਨੂੰ ਗੁਰੂ ਮਿਲਾ ਦੇ। 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 ਕੋਈ ਬਣ ਕੇ, ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾਵੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਬਣ ਕੇ ਵਿਚੋਲਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਮਿਲਾ ਦੇ। ਕੋਈ ਵਿਚੋਲਾ ਬਣ ਜਾਏ ਤੇ ਸਾਨੂੰ ਮਿਲਾ ਦੇਵੇ ਆਪ ਸਤਿਨਾਮ। ਪੰਡਤ ਸ਼ਿਵਦੱਤ ਜੀ ਕਹਿਣ ਲੱਗੇ, ਕਹਿੰਦੇ ਵੀ ਜਿਹੜਾ ਮਾਲਕ ਹੈ ਨਾ, ਖਾਸੀਅਤ ਇਹ ਹੈ ਵੀ ਇਹਨੂੰ ਮਿਲਣ ਜਾਣਾ ਨਹੀਂ ਪੈਂਦਾ। ਖੁਸਤ ਕਹਿੰਦਾ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਪਟਨੇ ਭਾਗ ਲਾਏ ਹੋਏ ਆ ਮਹਾਰਾਜ ਨੇ। ਮੈਂ ਤਾਂ ਰਵਾਇਤ ਦੇ ਅਨੁਸਾਰ ਭਗਵਾਨ ਰਾਮ ਜੀ ਦੀ ਮੂਰਤੀ ਦੇ ਅੱਗੇ ਲੱਡੂ ਲੈ ਕੇ ਬੈਠਦਾ ਸੀ ਤੇ ਮੈਂ ਇਹ ਸੋਚਦਾ ਸੀ ਵੀ ਇਹ ਬੱਚਾ ਹਰ ਰੋਜ਼ ਮੇਰੇ ਲੱਡੂ ਲੈ ਕੇ ਭੱਜ ਜਾਂਦਾ। ਮੈਨੂੰ ਇਹ ਤਾਂ ਪਤਾ ਹੀ ਨਹੀਂ ਸੀ ਵੀ ਮੈਂ ਜਿਹਦੀ ਯਾਦ ਵਿੱਚ ਬੈਠਾ, ਜਿਹਨੂੰ ਭੋਗ ਲਵਾਉਣਾ ਚਾਹੁੰਦਾ, ਉਹ ਤਾਂ ਆਪ ਹੀ ਰੋਜ਼ ਲੱਡੂ ਲੈ ਕੇ ਮੈਨੂੰ ਐ ਵਿਖਾ ਜਾਂਦਾ। ਕਹਿੰਦਾ ਬਸ ਫਿਰ ਇੱਕ ਦਿਨ ਉਹ ਦਿਆਲ ਹੋਇਆ, ਇੱਕ ਦਿਨ ਉਹਨੇ ਕਿਰਪਾ ਕੀਤੀ, ਮਿਹਰਮਤ ਕੀਤੀ ਤਾਂ ਪ੍ਰਤੱਖ ਹੋ ਕੇ ਦਰਸ਼ਨ ਦੇ ਦਿੱਤੇ। ਕਹਿਣ ਲੱਗੇ ਫਿਰ ਤੁਸੀਂ ਕਹਿੰਦੇ ਕੁਛ ਤਾਂ ਦੱਸੋ। ਕਹਿੰਦੇ ਬਸ ਉਹਦੀ ਯਾਦ ਦੇ ਵਿੱਚ ਬੈਠ ਕੇ ਤੁਸੀਂ ਉਹਦਾ ਨਾਮ ਜਪੋ। ਆਖੋ ਸਤਿਨਾਮ। ਗੋਬਿੰਦ ਗੋਬਿੰਦ ਉਹਨੂੰ ਆਵਾਜ਼ਾਂ ਮਾਰੋ, ਰਾਮ ਰਾਮ ਕਹਿ ਕੇ ਆਵਾਜ਼ਾਂ ਮਾਰੋ। ਤੁਸੀਂ ਵਾਹਿਗੁਰੂ ਕਹਿ ਕੇ ਆਵਾਜ਼ਾਂ ਮਾਰੋ, ਪਰ ਆਵਾਜ਼ ਅੰਦਰੋਂ ਵੱਜਣੀ ਚਾਹੀਦੀ। ਆਖੋ ਸਤਿਨਾਮ। ਪ੍ਰੀਤ ਅੰਦਰੋਂ ਹੋਣੀ ਚਾਹੀਦੀ ਹੈ। 4-5 ਦਿਨਾਂ ਤੋਂ ਅੱਜ ਮੇਰੇ ਖਿਆਲ 5ਵਾਂ ਦਿਨ ਹੈ। ਕਿੰਨੀ ਸੰਗਤ ਲਾਹਾ ਲੈ ਰਹੀ ਸੀ, ਪਰ ਅੱਜ ਵੇਖੋ ਅੱਜ ਮਟੀਲੀ ਸੀ ਤਾਂ ਅੱਜ ਵਿੱਚੋਂ ਅੱਧੀਆਂ ਮਾਈਆਂ ਵੀਰ ਜਿਹੜੇ ਅੱਗੇ ਬਹਿ ਕੇ ਐ ਸਿਰ ਹਿਲਾਉਂਦੇ ਸੀ, ਅੱਜ ਗਾਇਬ ਹੋ ਗਿਆ। ਸਤਿਨਾਮ। ਕੱਲ ਵੀ ਉਹਨਾਂ ਦੇ ਅੰਦਰ ਪਿਆਰ ਨਹੀਂ ਜਾਗਣਾ, ਕਿਉਂਕਿ ਕੱਲ ਗਊਸ਼ਾਲਾ, ਪਰਸੋਂ ਕਾਲੇ ਕੇ ਘਰੇ ਆ, ਜਦੋਂ ਸੱਦੇ ਜਾਣਗੇ ਫੇਰ ਮਹਾਰਾਜ ਦਾ ਪਿਆਰ ਹਿਰਦੇ ਚ ਵਸ ਜੂ। ਆਖੋ ਸਤਿਨਾਮ। ਫਿਰ ਅੰਦਰ ਆ ਕੇ ਫਿਰ ਕਹਿਣਗੇ ਵੀ ਆਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਆਖੋ ਸਤਿਨਾਮ। ਅੱਜ ਨਹੀਂ ਆਉਣਾ ਪਿਆਰ ਹਿਰਦੇ ਚ, ਕੱਲ ਵੀ ਨਹੀਂ ਆਉਣਾ, ਪਰਸੋਂ ਨੂੰ ਫਿਰ ਮੂੰਹ ਲਿਹਾਜ਼ ਰੱਖਣੀ ਹੁੰਦੀ ਹੈ ਵੀ ਜੇ ਨਾ ਗਏ ਤਾਂ ਅਗਲਾ ਗੁੱਸਾ ਕਰੂ। ਆਖੋ ਸਤਿਨਾਮ। ਐਂ ਹੁੰਦਾ। ਐਲਨਾਬਾਦ ਵੱਲ ਮੈਂ ਸ਼ੁਰੂ ਚ ਦੀਵਾਨ ਲਾਉਣ ਜਾਣਾ ਕਰਨਾ ਤਾਂ ਉਹਨਾਂ ਨੇ
कहना जी आप घरां विच रखांगे समागम। मैं कहा भी गुरु घर इन्ना सोहना बनया होया इलाहाबाद, इत्थे क्यों नहीं? कहंदे जी इत्थे नहीं आउणा किसी ने, आखो सतनाम। ते मैं कहा फिर ये फंडा की है घरां वाला? उदों मैनूं पता लग्या, तां ही आपां शुरू कीता आखो सतनाम। कहंदे जी फिर जदों सुनेहा चले जांदा है फिर अगले नूं आउणा ही पैंदा भी चलो सतसंग सुणीए चल के, आखो सतनाम। पर वेखो जिन्हां दे हिरदे विच प्यार हुंदा है, प्रेम हुंदा है, वो दूरों दूरों चल के भी गुरु चरनां दे विच अपनी हाजरी लवा ही लैंदे ने, आखो सतनाम। खैर तां कहन लगा भी हुण महाराज साहब दा कोई रस्ता तां दसो राणी मैणी नूं। वो कहन लगे अंदर प्रीत होनी चाहिए, आखो सतनाम। जदों अंदर बरात धारना पड़ी सी, तू अंदरों प्रीतां पालै सतगुर दर्श दिखावणगे। धो शब्दी घर लिशकालै मालक चरण टकावणगे। तू अंदरों प्रीत पा के जदों याद कीता आवाजां मारियां तां गोबिंद जी दर्शन जरूर बख्श देणगे, आखो सतनाम। तां राणी मैणी ते राजा फतेह चंद मैणी रस्ता मिल गया, वापस आ गए। कहंदे भी राजे नूं हुण महिलां दे कंमकार भी हुंदे सी। राजे ने भी सवेरे शाम चौंकड़ा मारना करना, नाम जपना करना, आवाजां मारनियां भी किते दर्शन बख्श दिओ, आखो सतनाम। ते राणी ने तकरीबन समा जिहड़ा है वो बंदगी दे विच बतीत करना सिमरन भजन दे विच लगाउणा करना। समा लंघिया तां एक दिन राजा पुछदा है, दोपहरे राजा अपने महलों में आया ते राणी विश्वंभरी देवी ने पुछदा, राणी कुछ दर्शन होए कदे, कोई आत्मक आनंद प्राप्त होया? तां राणी ने नेत्र भर लै, कहन लगी राजन अजे नहीं, आखो सतनाम, अजे नहीं। तो कई अपने वर्गे 2 दिन जपजी साहब का पाठ करके करनगे, हुण करदे हो भाई ना असीं बंद करते, क्यों साडा मन नहीं लग्या, आखो सतनाम। ऐ हुंदा भी साडा जी मन ही नहीं लगता, मन ही नहीं जुड़ता है। कहते मन नहीं जुड़ता, इस करके असीं तां पाठ करना बंद करता। मैं कहा चलो भला कीता, आखो सतनाम। आपां लोग दुनिया दे विच विचरदे हैं ते खिमा करियो हुण तां तुसीं कहना भी ये बहुत इन्हां विषयां ते बोलदा। हुण मेरे वर्गे जिहड़े कहंदे ने भी असीं तां गाना कदे बचपन तो नहीं सुणिया, वो भी स्टेटस वेखण दे बहाने वेख ही लेंदे भी किहड़ा नवां आया, आखो सतनाम। तो आपां लोग इन्हां चीज़ां दे विच बड़े होए आ। गोबिंद नाल जे कहीए भी एक दिन च साडा मिलाप हो जे किवें होऊगा, आखो सतनाम। एक बचन आउंदा है, री बेडी री बाई बेडी दे ना जे। ਉਹਦੇ ਵਿੱਚ ਭਗਤ ਨਾਮਦੇਵ ਜੀ ਨੂੰ ਬੀਬੀ ਰਾਣੀ ਪੁੱਛਦੀ ਆ ਵੀ ਤੇਰੇ ਨਾਲੋਂ ਮੈਂ ਦੁੱਗਣੀ ਮਜ਼ਦੂਰੀ ਦੇ ਸਕਦੀ ਆ। ਭਗਤ ਨਾਮਦੇਵ ਜੀ ਨੂੰ ਵੀ ਤੇਰੀ ਛਪਰੀ ਇੰਨੀ ਸੋਹਣੀ ਆ, ਤੇਰੇ ਨਾਲੋਂ ਮੈਂ ਦੁੱਗਣੀ ਮਜ਼ਦੂਰੀ ਦੇ ਸਕਦੀ ਆ, ਤੇ ਤੂੰ ਮੈਨੂੰ ਇਹ ਦੱਸ ਵੀ ਆ ਛਪਰੀ ਜਿਹਨੇ ਬਣਾਈ ਆ ਇਹ ਰਹਿੰਦਾ ਕਿੱਥੇ ਆ ਮਿਸਤਰੀ, ਆਖੋ ਸਤਨਾਮ। ਧਿਆਨ ਦਿਓ ਸਾਰੇ ਮੇਰੇ ਵੀਰ ਭੈਣਾਂ। पाड़ पड़ोसन पूछ ले नामा कह पै, छान छवाई हो। गवांढण पुछदी है तू छपरी किहदे तो बनवाई, आखो सतनाम। तो पै दुगनी मजूरी देहूं, पैसे वाली सी। कहन लगी तेरे नालों दुगनी मजदूरी दे दूं, मोको बेडी दे हो बताई। मैनू आ मिस्त्री दस दे जिदे तो तू आ छपरी ए छन बनवाई, आखो सतनाम। तब भगत जी कहते हैं भाई ये जिहड़ा बेटी है ये पैसियां जी मजदूरी नहीं मंगदा, आखो वाहिगुरू। अगे विशा उत्थे ही आएगा जिथों आपां निकले हैं। कहन लगे बेटी प्रीत मजूरी मंगै, जो कूछान छवावे हो। कहंदे जे किसी ने छपरी बनवाउणी होए ना तां बेटी प्रेम दी मजदूरी मंगदा, आखो सतनाम। अगे बचन हुंदा है, ध्यान नाल तुसीं सरवण करियो। कहंदे लोग कुटंब सबहू ते तोरै, आखो
ਲੋਗ ਕੁਟੰਬ ਆਪਾਂ ਹੀ ਕਹਿੰਦੇ ਆ ਨਾ ਵੀ ਦੁਨੀਆ ਕਹੂਗੀ, ਦੁਨੀਆ ਕੀ ਕਰੂਗੀ, ਲੋਕ ਲਾਜ ਦੇ ਵਿੱਚ ਤੁਰੇ ਫਿਰਦੇ ਆ। ਪਰ ਭਗਤ ਜੀ ਕਹਿੰਦੇ ਆ ਲੋਗ ਕੁਟੰਬ ਸਭੂ ਤੇ ਤੋਰੈ ਤੋ ਆਪਨ ਬੇਢੀ ਆਵੇ ਹੋ। ਕਹਿੰਦੇ ਜਦੋਂ ਦੁਨੀਆ ਨਾਲੋਂ ਪ੍ਰੀਤ ਤੋੜ ਲਈਏ, ਇੱਕ ਪ੍ਰੀਤਮ ਦੇ ਨਾਲ ਜੋੜ ਲਈਏ। ਦੁਨੀਆ ਨਾਲ ਇਹ ਨਹੀਂ ਹੈ ਵੀ ਤੁਸੀਂ ਘਰ-ਬਾਰ ਛੱਡ ਦੋ ਚਲੇ ਜਾਓ, ਉਹਨਾਂ ਨਾਲੋਂ ਤੋੜ ਲਓ ਜਿਹੜੇ ਮਨਮੁਖ ਨੇ, ਜਿਹੜੇ ਤੁਹਾਨੂੰ ਗੁਰੂ ਦੇ ਰਸਤੇ ਤੋਂ ਤੋੜਦੇ ਨੇ। ਆਖੋ ਸਤਿਨਾਮ। ਲੋਗ ਕੁਟੰਬ ਸਭੂ ਤੇ ਤੋਰੈ, ਕਹਿੰਦੇ ਤੋ ਆਪਨ ਬੇਢੀ ਆਵੇ ਹੋ। ਕਹਿੰਦੇ ਜਦੋਂ ਆਪਾਂ ਦੁਨੀਆ ਨਾਲੋਂ ਪ੍ਰੀਤ ਤੋੜ ਲਈਏ ਨਾ, ਤਾਂ ਜੀ ਫਿਰ ਉਹ ਜਿਹੜਾ ਬੇਢੀ ਹੈ, ਉਹ ਮਾਲਕ ਹੈ, ਉਹ ਆਪਣੇ ਆਪ ਹੀ ਆ ਜਾਂਦਾ। ਆਖੋ ਸਤਿਨਾਮ। ਕਹਿੰਦੀ ਆ ਦੱਸਦਾ ਸੀ ਕਿੱਥੇ ਰਹਿੰਦਾ, ਕਹਿੰਦਾ ਬੇਢੀ ਕੇ ਗੁਣ ਸੁਨਰੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਨਾਮੇ ਕੇ ਸੁਆਮੀ ਸੀਬ ਹੋਰੀ ਲੰਕ ਭੀਖਣ ਆਪਿਓ ਹੋ। ਕਹਿੰਦਾ ਉਹ ਜਿਹੜਾ ਬੇਢੀ ਮੇਰਾ ਹੈ, ਉਹ ਤਾਂ ਬਾਈ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ, ਉਹ ਤਾਂ ਘਟ ਘਟ ਦੇ ਵਿੱਚ ਸਮਾਇਆ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਸ ਉਹਦੇ ਲਈ ਪ੍ਰੀਤ ਚਾਹੀਦੀ ਹੈ, ਪਿਆਰ ਚਾਹੀਦਾ ਹੈ। ਇਸ ਲਈ ਆਪਣੇ ਇੰਟਰਸਟ ਨੂੰ ਬਦਲਣਾ ਪੈਂਦਾ ਹੈ। ਜਦੋਂ ਰੱਬ ਦੇ ਰਾਹ ਦੇ ਉੱਤੇ ਤੁਰ ਪਈਏ ਤਾਂ ਆਖੋ ਸਤਿਨਾਮ। ਯਕੀਨ ਜਾਣੋ ਤੁਹਾਡੀ ਅਵਸਥਾ ਬਣੀ ਹੈ, ਇਹ ਸੱਚ ਦੀਆਂ ਗੱਲਾਂ ਨੇ, ਤੁਸੀਂ ਮੰਨਣੀ ਹੈ, ਆਪਾਂ ਮੰਨਣੀਆਂ ਕਿ ਨਹੀਂ ਮੰਨਣੀਆਂ ਆਪਣੀ ਮਰਜ਼ੀ ਹੈ। ਜਦੋਂ ਕਿਤੇ ਤੁਹਾਡੀ ਅਵਸਥਾ ਟਿਕੀ ਹੋਈ ਹੈ ਨਾ ਮਹਾਨੰਦ ਦੇ ਵਿੱਚ, ਤਾਂ ਕਲਯੁਗ ਨੇ ਤੁਹਾਨੂੰ ਉਧਰੋਂ ਮੋੜਦੇ ਹੀ ਮੋੜਨਾ। ਆਖੋ ਵਾਹਿਗੁਰੂ। ਕੋਈ ਦ੍ਰਿਸ਼ ਤੁਹਾਨੂੰ ਚੰਗਾ ਲੱਗੇਗਾ, ਕੋਈ ਸੰਬੰਧ ਤੁਹਾਡਾ ਐਸਾ ਬਣ ਜਾਏਗਾ ਜਿਹੜਾ ਤੁਹਾਡੇ ਅੱਗੇ ਇੱਕ ਇੰਟਰਪਟ ਬਣ ਜਾਊਗਾ। ਤੋ ਇਹ ਵੇਖਣਾ ਵੀ ਆਪਾਂ ਉਧਰ ਨੂੰ ਤੁਰਨਾ ਹੈ ਕਿ ਆਪਣੇ ਉਸ ਆਨੰਦ ਨੂੰ ਬਰਕਰਾਰ ਰੱਖਣਾ। ਆਖੋ ਸਤਿਨਾਮ। ਉਸ ਸਮੇਂ ਇੰਨਾ ਵੀ ਧਿਆਨ ਰੱਖਣਾ ਪੈਂਦਾ ਹੈ ਵੀ ਕਿਤੇ ਐਸੇ ਬੰਦੇ ਦੀ ਕਥਾ ਵੀ ਨਾ ਸੁਣ ਲੈਣਾ ਜਿਹਦੇ ਉੱਤੋਂ ਤੁਹਾਡਾ ਮਨ ਜਿਹੜਾ ਹੈ ਉਹ ਜਿੱਥੇ ਪਹੁੰਚਿਆ ਉੱਥੋਂ ਹਟ ਜਾਏ। ਆਖੋ ਸਤਿਨਾਮ। ਤੁਹਾਡੇ ਨਾਲ ਜੇ ਮੈਂ ਆਪਣੀ ਜ਼ਿੰਦਗੀ ਦਾ ਅਨੁਭਵ ਸ਼ੇਅਰ ਕਰਾਂ ਤਾਂ ਇੱਕ ਵਾਰ ਮੈਂ ਇਹ ਰੱਖ ਲਿਆ ਵੀ ਆਪਾਂ ਇੱਕ ਦਿਨ ਦੇ ਵਿੱਚ ਇੰਨਾ ਸਮਾਂ ਮੂਲ ਮੰਤਰ ਦਾ ਤੇ ਸਿਮਰਨ ਜਿਹੜਾ ਹੈ ਕਰਿਆ ਕਰਨਾ। ਤੋ ਜਿੰਨਾ ਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਹੈ, ਤੁਸੀਂ ਯਕੀਨ ਜਾਣ ਕੇ ਆਪਣੀ ਜ਼ਿੰਦਗੀ 'ਚ ਵੀ ਧਾਰਨ ਕਰਿਓ। ਤੋ ਜਦੋਂ ਮੇਰੇ ਕੋਲ ਥੋੜਾ ਬਹੁਤਾ ਸਮਾਂ ਹੋਣਾ ਕਰਨਾ ਤਾਂ ਮੈਂ ਬਾਬਾ ਵਰਿਆਮ ਸਿੰਘ ਜੀ ਦਾ ਹਰ ਜਸ ਕੀਰਤਨ ਸੁਣਿਆ ਕਰਨਾ। ਉਹ ਜਿਵੇਂ ਜਿਵੇਂ ਉਹਨਾਂ ਦਾ ਕੀਰਤਨ ਸੁਣੀ ਗਏ, ਮੂਲ ਮੰਤਰ ਜਪੀ ਗਏ, ਤਾਂ ਐਸਾ ਕਈ ਵਾਰ ਹੋ ਜਾਣਾ ਕਰਨਾ ਵੀ ਵਾਹਿਗੁਰੂ ਕਹਿ ਨਾ ਹੋਣਾ ਕਰਨਾ, ਤਾਂ ਮਨ ਭਰ ਜਾਣਾ, ਅੱਖਾਂ ਭਰ ਜਾਣੀਆਂ ਕਰਨੀਆਂ। ਆਖੋ ਸਤਿਨਾਮ। ਤੋ 15-20 ਦਿਨਾਂ ਦੇ ਵਿੱਚ ਐਵੇਂ ਦਾ ਹੋ ਗਿਆ ਕਿ ਜਦੋਂ ਤੁਹਾਨੂੰ ਐ ਲੱਗਣ ਲੱਗ ਜਾਓ ਵੀ ਤੁਹਾਡਾ ਭਾਰ ਹੀ ਹੈ ਨਹੀਂ, ਬੇਸ਼ੱਕ ਭਾਵੇਂ 100 ਕਿਲੋ ਹੈ। ਆਖੋ ਸਤਿਨਾਮ। ਪਰ ਐ ਮਹਿਸੂਸ ਹੋਊਗਾ ਵੀ ਬਾਡੀ ਵੇਟਲੈਸ ਹੈ। ਤੁਸੀਂ ਤੁਰ ਰਹੇ ਹੋ, ਤੁਹਾਨੂੰ ਐ ਲੱਗੂਗਾ ਵੀ ਤੁਹਾਡੇ ਪੈਰ ਥੱਲੇ ਨਹੀਂ ਲੱਗ ਰਹੇ, ਤੁਸੀਂ ਹਵਾ ਜੀ ਦੇ ਵਿੱਚ ਹੀ ਉੱਡ ਰਹੇ ਹੋ। ਆਖੋ ਸਤਿਨਾਮ। ਤਾਂ ਇੱਕ ਦਿਨ ਫਿਰ ਉਹ ਮੈਂ ਜਦੋਂ ਕੋਈ ਕਥਾ ਲਗਾਉਣ ਲੱਗਾ ਮਹਾਂਪੁਰਖਾਂ ਦੀ, ਕਿਸੇ ਮਨਮੁਖ ਬੰਦੇ ਦੀ ਅੱਗੇ ਨਿਕਲ ਆਈ। ਮੈਂ ਕਿਹਾ ਚਲੋ ਇਹਨੂੰ ਸੁਣ ਕੇ ਦੇਖਦੇ। ਉਹ ਮੈਂ ਲਗਾ ਲਿਆ। ਜਿਹੜਾ 15-20 ਦਿਨ ਦੇ ਵਿੱਚ ਆਨੰਦ ਜਿਹਾ ਬਣਿਆ ਸੀ, ਉਹ 1-2 ਦਿਨ ਦੇ ਵਿੱਚ ਪਤਾ ਹੀ ਨਹੀਂ ਕਿੱਥੇ ਗਿਆ। ਆਖੋ ਸਤਿਨਾਮ। ਉਸ ਸਮੇਂ ਫਿਰ ਉਹ ਆਨੰਦ ਨੂੰ ਸੰਭਾਲ ਕੇ ਰੱਖਣਾ ਬੜਾ ਔਖਾ ਹੁੰਦਾ। ਆਖੋ ਸਤਿਨਾਮ। ਖੈਰ ਉਹ ਬੀਬੀ ਅੱਖਾਂ ਭਰ ਲਈਆਂ, ਕਹਿੰਦੀ ਜੀ ਅਜੇ ਤਾਂ ਅਨੁਭਵ ਨਹੀਂ ਹੋਇਆ। ਰਾਜਾ ਕਹਿਣ ਲੱਗਾ, ਰਾਣੀ ਐ ਮਹਿਸੂਸ ਹੁੰਦਾ ਵੀ ਆਪਾਂ ਗੋਬਿੰਦ ਨੂੰ ਆਵਾਜ਼ਾਂ ਨਹੀਂ ਮਾਰਦੇ, ਆਪਾਂ ਤਾਂ ਪੁੱਤਰ ਨੂੰ ਆਵਾਜ਼ਾਂ ਮਾਰਦੇ ਆ ਵੀ ਗੋਬਿੰਦ ਜੀ ਆਉਣਗੇ ਤੇ ਫਿਰ ਉਹਨਾਂ ਨੂੰ ਕਵਾਂਗੇ ਵੀ ਸਾਨੂੰ ਪੁੱਤਰ ਦੀ ਦਾਤ ਦੇ ਦਿਓ। ਆਖੋ ਸਤਿਨਾਮ। ਤੇ ਰਾਣੀ ਕਹਿਣ ਲੱਗੀ ਜੀ, ਕਹਿੰਦੇ ਐ ਕਰ, ਪੰਡਤ ਸ਼ਿਵਦੱਤ ਕਹਿੰਦਾ ਸੀ ਪਰਮੇਸ਼ਵਰ ਦਾ ਹੀ ਰੂਪ ਹੈ, ਰੱਬ ਦਾ ਰੂਪ ਹੈ। ਤੇ ਕਹਿਣ ਲੱਗੇ ਜੇ ਆਪਾਂ ਨੂੰ ਰੱਬ ਦੇ ਦਰਸ਼ਨ ਹੋ ਜਾਣ ਤੇ ਆਪਾਂ ਨੂੰ ਹੋਰ ਕੀ ਚਾਹੀਦਾ। ਐ ਕਰ ਤੂੰ ਪੁੱਤਰ ਦੀ ਇੱਛਾ ਛੱਡ ਦੇ। ਆਖੋ ਸਤਿਨਾਮ। ਨਿਰਇੱਛਤ ਹੋ ਕੇ, ਇੱਛਾ ਤੋਂ ਰਹਿਤ ਹੋ ਕੇ, ਕਾਮਨਾ ਤੋਂ ਰਹਿਤ ਹੋ ਕੇ ਤੂੰ ਕੇਵਲ ਗੋਬਿੰਦ ਦੀ ਭਗਤੀ ਕਰ, ਤੂੰ ਕੇਵਲ ਉਹਦੇ ਦਰਸ਼ਨਾਂ ਦੀ ਲਾਲਸਾ ਰੱਖ। ਆਖੋ ਸਤਿਨਾਮ। ਰਾਣੀ ਕਹਿਣ ਲੱਗੀ ਜੀ ਸਤਿਨਾਮ। ਰਾਜਾ ਕਹਿਣ ਲੱਗਾ ਜੇ ਆਪਣਾ ਪੁੱਤ ਹੋਏ ਵੀ ਰਾਣੀਏ ਆਪਣੇ ਤੋਂ ਬਾਅਦ ਹੋਏ ਤੇ ਕੀ ਕਰਦਾ ਕੀ ਨਹੀਂ ਕਰਦਾ, ਕਿਵੇਂ ਸੰਭਾਲੇਗਾ, ਆਪਾਂ ਨੂੰ ਇਹਨਾਂ ਗੱਲਾਂ ਨਾਲ ਕੀ ਲੈਣਾ। ਤੂੰ ਇੱਛਾ ਇਹ ਰੱਖ ਕਿਤੇ ਗੋਬਿੰਦ ਜੀ ਦੇ ਦਰਸ਼ਨ ਹੋ ਜਾਣ
ਤੇ ਆਪਣਾ ਜਿਹੜਾ ਇਹ ਜਨਮ ਹੈ ਇਹ ਸਫਲ ਹੋ ਜਾਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤਾਂ ਰਾਣੀ ਮੈਣੀ ਚੌਂਕੜਾ ਮਾਰ ਕੇ ਬੈਠੀ ਹੋਈ ਹੈ, ਨੈਣਾ ਦੇ ਵਿੱਚੋਂ ਨੀਰ ਚੱਲ ਰਿਹਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਓ ਪੜੀਏ। ਦਰਸ਼ਨ ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। 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 ਦਰਸ਼ਨ ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ। ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਦਰਸ਼ਨ ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਦਰਸ਼ਨ ਤੇਰਾ ਵੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ। ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ। ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ। ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ। ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ। ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ, ਕਦੋਂ ਮਿਲੋਗੇ। ਕਦੋਂ ਮਿਲੋਗੇ, ਕਦੋਂ ਮਿਲੋਗੇ। ਤੇਰੀਆਂ ਲਾਈਆਂ ਨੇ ਤੇਰਾ ਦੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਦਰਸ਼ਨ ਤੇਰਾ ਵੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਦਰਸ਼ਨ ਤੇਰਾ ਵੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਦਰਸ਼ਨ ਤੇਰਾ ਵੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਤੇਰਾ ਵੇਖਣ ਲਈ ਪ੍ਰੀਤਾਂ ਗੂੜੀਆਂ ਪਾਈਆਂ ਨੇ। ਦਰਸ਼ਨ ਤੇਰਾ ਦੇਖਣ ਲਈ ਪ੍ਰੀਤਾਂ ਕਦੋਂ ਮਿਲੋਗੇ, ਕਦੋਂ ਮਿਲੋਗੇ। ਬਹੁਤੀਆਂ ਦੇਰੀਆਂ ਲਾਈਆਂ ਨੇ। ਗੋਵੀ ਆਖੋ ਸਤਨਾਮ। ਤਾਂ ਸਾਧ ਸੰਗਤ ਜੀ ਹੁਣ ਬੈਰਾਗ ਦੇ ਵਿੱਚ ਨੈਣਾ ਦੇ ਵਿੱਚੋਂ ਨੀਰ ਚੱਲ ਰਿਹਾ। ਆਖੋ ਸਤਨਾਮ। ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਮੇਰਾ ਮਨ ਲੁੱਚੈ ਗੁਰਦਰਸ਼ਨ ਤਾਈ ਬਿਲਪ ਕਰੇ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਤਾਂ ਸਾਧ ਸੰਗਤ ਜੀ ਸਮਾਂ ਨੇੜੇ ਹੋ ਚੱਲਿਆ। ਇੱਕ ਦਿਨ ਉਹ ਸੁਲੱਖਣੀ ਘੜੀ ਆਈ। ਰਾਣੀ ਮੈਣੀ ਚੌਂਕੜੀ ਮਾਰ ਕੇ ਬੈਠੀ ਹੋਈ ਹੈ, ਨੈਣਾ ਵਿੱਚੋਂ ਨੀਰ ਚੱਲ ਰਿਹਾ ਹੈ ਬਿਰਹੋ ਦੇ ਵਿੱਚ। ਤਾਂ ਗੋਬਿੰਦ ਰਾਏ ਜੀ ਜਾ ਕੇ ਝੋਲੀ ਦੇ ਵਿੱਚ ਬਹਿ ਗਏ। ਆਖੋ ਸਤਨਾਮ। ਰਾਣੀ ਮੈਣੀ ਦੀ ਗੋਦ ਦੇ ਵਿੱਚ ਬੈਠ ਗਏ ਤੇ ਕੀ ਆਖਿਆ? ਮਾਂ। ਕਹਿੰਦੇ ਜਦੋਂ ਮਾਂ ਆਖਿਆ ਤਾਂ ਰਾਣੀ ਮੈਣੀ ਦੇ ਸਰੀਰ ਵਿੱਚ ਝਰਨਾਟ ਛਿੜ ਗਈ। ਆਖੋ ਸਤਨਾਮ। ਮਾਂ ਅੱਖਾਂ ਖੋਲ, ਮੈਂ ਆ ਗਿਆ। ਆਖੋ ਸਤਨਾਮ। ਤਾਂ ਕਹਿੰਦੇ ਰਾਣੀ ਮੈਣੀ ਕਹਿੰਦੀ ਹੈ ਵੀ ਨਹੀਂ, ਅੱਖਾਂ ਨਹੀਂ ਖੋਲ੍ਹ। ਪੰਡਤ ਸ਼ਿਵਦੱਤ ਕਹਿੰਦੇ ਸੀ ਵੀ ਜਦੋਂ ਮੈਂ ਅੱਖਾਂ ਖੋਲਦਾ ਤਾਂ ਗੋਬਿੰਦ ਜੀ ਲੱਡੂ ਵਿਖਾ ਕੇ ਭੱਜ ਜਾਂਦੇ ਸੀ। ਜੇ ਮੈਂ ਅੱਖਾਂ ਖੋਲੀਆਂ ਤੁਸੀਂ ਦੌੜ ਜਾਓਗੇ, ਭੱਜ ਜਾਓਗੇ, ਮੈਂ ਅੱਖਾਂ ਨਹੀਂ ਖੋਲਣੀਆਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤਾਂ ਮਹਾਰਾਜ ਉਮਰ ਵੇਖੋ 5 ਸਾਲ ਦੀ ਹੈ। ਕਹਿੰਦੇ ਨੇ ਮੈਂ ਪੰਡਤ ਸ਼ਿਵਦੱਤ ਦੇ ਕੋਲੋਂ ਕਦੇ ਭੱਜਿਆ ਹੀ ਨਹੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਦੋਂ ਉਹ ਮੈਨੂੰ ਚੇਤੇ ਕਰਦੇ ਐ ਮੈਂ ਉਹਨਾਂ ਦੇ ਕੋਲ ਹੀ ਹੁੰਨਾ। ਮਾਂ ਮੈਂ ਜਿਹਦੇ ਕੋਲ ਇੱਕ ਵਾਰੀ ਆ ਜਾਵਾਂ, ਜਿਹਨੂੰ ਮੈਂ ਆਪਣਾ ਬਣਾ ਲਵਾਂ, ਮੈਂ ਉਹਨੂੰ ਫਿਰ ਛੱਡ ਕੇ ਨਹੀਂ ਜਾਂਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਅੱਖਾਂ ਖੋਲ। ਕਹਿੰਦੇ ਜਦੋਂ ਆਖਿਆ ਮਾਂ ਅੱਖਾਂ ਖੋਲ
ਤਾਂ ਰਾਣੀ ਮੈਣੀ ਅੱਖਾਂ ਖੋਲ ਕੇ ਦੇਖਦੀ ਹੈ ਤੇ ਮਹਾਰਾਜ ਦਾ ਤੇਜ ਨਹੀਂ ਚੱਲਿਆ ਜਾਂਦਾ। ਅੱਖ ਸੱਤ ਮਾਨੋ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਇੱਕਦਮ ਨੇਤਰ ਬੰਦ ਕਰਦੀ ਹੈ। ਮਾਂ ਅੱਖਾਂ ਖੋਲ ਸਹਿਜੇ ਸਹਿਜੇ ਖੋਲਦੀ ਹੈ ਤਾਂ ਗੋਬਿੰਦ ਰਾਏ ਜੀ ਦਾ ਨੂਰਾਨੀ ਮੁਖੜਾ ਤੱਕਦੀ ਅੱਖ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮਾਂ ਕਹਿੰਦੇ ਐ ਰਾਣੀ ਮੈਣੀ ਘੁੱਟ ਕੇ ਗਲਵਕੜੀ ਦੇ ਵਿੱਚ ਲੈ ਲੈਂਦੀ ਹੈ ਸੱਚੇ ਪਾਤਸ਼ਾਹ ਨੂੰ। ਕਹਿੰਦੇ ਇਸ ਤਰ੍ਹਾਂ ਮਾਂ ਆਖਿਆ ਕਿ ਤ੍ਰਿਪਤੀ ਹੋ ਗਈ ਅੱਖ ਸਤਿਨਾਮ। ਮਨ ਕਹਿੰਦਾ ਜਿੰਨਾ ਸੋਹਣਾ ਗੋਬਿੰਦ ਜੀ ਨੇ ਮਾਂ ਆਖਿਆ ਹੋਣਾ ਕੋਈ ਦੁਨਿਆਵੀ ਧੀ ਪੁੱਤ ਆਖ ਹੀ ਨਹੀਂ ਸਕਦਾ। ਅੱਖ ਸਤਿਨਾਮ। ਹੁਣ ਬੜੀ ਅਲਮਸਤ ਹੋ ਕੇ ਮਹਾਰਾਜ ਦੇ ਨੂਰਾਨੀ ਮੁਖੜੇ ਨੂੰ ਤੱਕ ਰਹੀ ਹੈ, ਦਰਸ਼ਨ ਕਰ ਰਹੀ ਹੈ ਤੇ ਮਹਾਰਾਜ ਕਹਿੰਦੇ ਮਾਂ ਭੁੱਖ ਲੱਗੀ ਹੈ। ਭਾਈ ਵੀਰ ਸਿੰਘ ਸਾਹਿਬ ਕਹਿੰਦੇ ਨੇ ਮਹਿਲਾਂ ਵਿੱਚ ਨੌਕਰ ਚਾਕਰ ਬਹੁਤ ਸੀ ਤੇ ਉਹਨਾਂ ਨੂੰ ਕਹਿੰਦੀ ਹੈ ਜਾਓ ਕੁਛ ਲੈ ਕੇ ਆਓ। ਗੋਬਿੰਦ ਜੀ ਕਹਿੰਦੇ ਨਾ ਮਾਂ, ਜਿਹੜੇ ਤੂੰ ਛੋਲੇ ਪੂੜੀਆਂ ਬਣਾ ਕੇ ਰੱਖੇ ਆ ਨਾ ਉਹ ਲੈ ਕੇ ਆ, ਉਹ ਛਕਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਉਹ ਬੱਕਲੀਆਂ ਛੋਲੇ ਪੂੜੀਆਂ ਅੱਜ ਵੀ ਉੱਥੇ ਉਵੇਂ ਹੀ ਲੰਗਰ ਲੱਗਦਾ ਹੈ। ਤਾਂ ਪੰਗਤਾਂ ਲੱਗ ਗਈਆਂ। ਕਹਿੰਦੇ ਮਹਾਰਾਜ ਦੇ ਨਾਲ 70-80 ਹੋਰ ਬੱਚੇ ਸੀ ਜਿਹੜੇ ਮਹਾਰਾਜ ਨਾਲ ਖੇਡਦੇ ਹੁੰਦੇ ਸੀ। ਆਖੋ ਸਤਿਨਾਮ। ਤਾਂ ਸਾਰਿਆਂ ਦੀਆਂ ਲਾਈਨਾਂ ਲੱਗ ਗਈਆਂ, ਸਾਰਿਆਂ ਨੂੰ ਛਕਾਇਆ। ਤੇ ਜਦੋਂ ਹੁਣ ਮਹਾਰਾਜ ਵਾਪਸ ਆਏ ਨਾ ਅਸੀਸਾਂ ਬਖਸ਼ ਕੇ, ਪਿਆਰ ਬਖਸ਼ ਕੇ ਰਾਣੀ ਮੈਣੀ ਨੂੰ, ਤੇ ਮਾਂ ਜੀ ਪੁੱਛਦੇ ਆ ਲਾਲ ਜੀ ਭੁੱਖ ਨਹੀਂ ਲੱਗੀ ਅੱਜ ਤੁਸੀਂ ਆ ਕੇ ਕੁਝ ਛਕਣ ਨੂੰ ਨਹੀਂ ਮੰਗਿਆ, ਭੁੱਖ ਨਹੀਂ ਲੱਗੀ? ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਕਹਿੰਦੇ ਮਾਂ ਅੱਜ ਇੱਕ ਮਾਂ ਹੋਰ ਮਿਲ ਗਈ। ਅੱਖ ਸਤਿਨਾਮ। ਅੱਜ ਇੱਕ ਮਾਂ ਹੋਰ ਮਿਲ ਗਈ। ਤਾਂ ਮਹਾਰਾਜ ਸਾਹਿਬ ਦੇ ਮਾਤਾ ਮਾਂ ਗੁਜਰ ਕੌਰ ਜੀ ਕਹਿੰਦੇ ਆ ਪੁੱਤਰ ਜੀ ਦੋ ਮਾਵਾਂ ਦੇ ਪੁੱਤਰ ਕਿਵੇਂ ਬਣੋਗੇ? ਪੁੱਤਰ ਇੱਕ ਤੇ ਮਾਵਾਂ ਦੋ। ਤੇ ਮਹਾਰਾਜ ਸਾਹਿਬ ਬਚਨ ਕਰਦੇ ਨੇ ਕਹਿੰਦੇ ਮਾਂ ਜਿਵੇਂ ਅੱਖਾਂ ਦੋ ਹੁੰਦੀਆਂ ਤੇ ਨਜ਼ਰ ਇੱਕ ਹੁੰਦੀ। ਆਖੋ ਸਤਿਨਾਮ। ਐਵੇਂ ਦੋਵਾਂ ਮਾਵਾਂ ਦਾ ਇੱਕੋ ਹੀ ਪੁੱਤ ਹੋ ਗੋਬਿੰਦ ਰਾਏ। ਆਖੋ ਸਤਿਨਾਮ। ਕਹਿਣ ਲੱਗੇ ਦੋਵਾਂ ਦੀਆਂ ਗੋਦਾਂ ਦੇ ਵਿੱਚ ਕਿਵੇਂ ਖੇਡੋਗੇ? ਮੇਰੀ ਗੋਦ ਵਿੱਚ ਖੇਡੋਗੇ ਕਿ ਰਾਣੀ ਮੈਣੀ ਦੀ ਗੋਦ ਵਿੱਚ ਖੇਡੋਗੇ? ਮਾਤਾ ਜੀ ਇਹ ਪਿਆਰ ਚ ਬਚਨ ਕਰ ਰਹੇ। ਆਖੋ ਸਤਿਨਾਮ। ਤਾਂ ਗੋਬਿੰਦ ਜੀ ਕਹਿੰਦੇ ਨੇ ਮਾਂ ਜਿਵੇਂ ਦੋ ਸਰੋਵਰ ਇਕੱਠੇ ਹੁੰਦੇ ਹਨ, ਚੰਦਰਮਾ ਉੱਤੇ ਇੱਕ ਹੁੰਦਾ ਤੇ ਦੋਵਾਂ ਸਰੋਵਰਾਂ ਦੇ ਵਿੱਚ ਦਿਸ ਰਿਹਾ ਹੁੰਦਾ, ਇਸੇ ਤਰ੍ਹਾਂ ਦੋਵਾਂ ਮਾਵਾਂ ਦੀਆਂ ਗੋਦਾਂ ਦੇ ਵਿੱਚ ਇੱਕੋ ਗੋਬਿੰਦ ਖੇਡੇਗਾ। ਆਖੋ ਸਤਿਨਾਮ। ਪਿਆਰ ਦੇ ਬਚਨ ਸੀ। ਕਹਿੰਦੇ ਹੁਣ ਉੱਤੇ ਮਹਾਰਾਜ ਦੀਆਂ ਲੀਲਾਵਾਂ ਨੇ ਕਿ ਜਦੋਂ ਜਿੱਥੇ ਮਹਾਰਾਜ ਜੀ ਦਾ ਰਹਿਣ ਬਸੇਰਾ ਸੀ ਪਟਨਾ ਸਾਹਿਬ, ਉੱਥੇ ਇੱਕ ਖੂਹ ਸੀ ਤੇ ਸਾਰੇ ਹੀ ਤਕਰੀਬਨ ਸੰਗਤ ਉੱਥੋਂ ਜਲ ਲੈਣ ਆਉਂਦੀ ਸੀ। ਤਾਂ ਮਹਾਰਾਜ ਸਾਹਿਬ ਨੇ ਹੁਣ ਆਪਣੇ ਜਿਹੜੇ ਬਾਲ ਸਖੀ ਸੀ, ਮਹਾਰਾਜ ਜੀ ਦੇ ਬਾਲ ਸਖਾਈ ਮਿੱਤਰ ਸਨ, ਉਹਨਾਂ ਦੇ ਨਾਲ ਨਿਸ਼ਾਨੇ ਲਾਉਣੇ ਸਿੱਖਿਆ ਕਰਨੇ, ਉਹਨਾਂ ਨੂੰ ਸਿਖਾਇਆ ਕਰਨਾ। ਤਾਂ ਉਹ ਬੀਬੀਆਂ ਨੇ ਜਦੋਂ ਘੜਿਆਂ ਦੇ ਵਿੱਚ ਪਾਣੀ ਲੈ ਕੇ ਜਾਣਾ ਤਾਂ ਗੋਬਿੰਦ ਜੀ ਨੇ ਉਹਨਾਂ ਦੇ ਘੜਿਆਂ ਦੇ ਨਿਸ਼ਾਨੇ ਲਾਉਣੇ। ਆਖੋ ਸਤਿਨਾਮ। ਘੜੇ ਤੋੜਦੇ ਨੇ ਕਰਨੇ। ਉਹਨਾਂ ਬੀਬੀਆਂ ਨੇ ਆ ਕੇ ਕਹਿਣਾ ਮਾਂ ਜੀ ਤੁਹਾਡੇ ਲਾਲ ਜੀ ਗੋਬਿੰਦ ਜੀ ਆ ਵੇਖ ਲੋ ਰੋਜ਼ ਸਾਡੇ ਕੱਪੜੇ ਜਿਹੜੇ ਆ ਉਹ ਭਿੱਜ ਜਾਂਦੇ ਨੇ, ਅਸੀਂ ਪਾਣੀ ਲੈ ਕੇ ਜਾਨੀਆਂ ਤੇ ਗੋਬਿੰਦ ਜੀ ਤੀਰ ਦਾ ਨਿਸ਼ਾਨਾ ਮਾਰ ਕੇ ਘੜੇ ਤੋੜ ਦਿੰਦੇ। ਆਖੋ ਸਤਿਨਾਮ। ਮਾਂ ਜੀ ਨੇ ਗਾਗਰਾਂ ਲੈ ਦਿੱਤੀਆਂ ਤੇ ਗੋਬਿੰਦ ਜੀ ਨੇ ਤੀਰਾਂ ਦੇ ਅੱਗੇ ਪਿੱਤਲ ਦੀਆਂ ਨੋਕਾਂ ਲਵਾ ਦਿੱਤੀਆਂ ਤੇ ਕਹਿੰਦੇ ਉਹ ਪਿੱਤਲ ਦੀਆਂ ਗਾਗਰਾਂ ਦੇ ਵਿੱਚ ਵੀ ਮੋਰੀਆਂ ਹੋ ਜਾ ਕਰਨ। ਆਖੋ ਸਤਿਨਾਮ। ਤੇ ਇੱਕ ਦਿਨ ਇੱਕ ਲਾਮਾ ਦਿੱਤਾ, ਕਹਿੰਦੇ ਜੀ ਆਹ ਵੇਖ ਲਓ ਪਿੱਤਲ ਦੀਆਂ ਗਾਗਰਾਂ ਦੇ ਵਿੱਚ ਵੀ ਮੋਰੀਆਂ ਕਰ ਦਿੱਤੀਆਂ। ਮਹਾਰਾਜ ਕਹਿਣ ਲੱਗੇ ਮਾਈ ਜਾ ਕੇ ਪਹਿਲਾਂ ਮਾਤਾ ਉਹ ਗਾਗਰ ਦੇ ਵਿੱਚ ਸੱਪ ਸੀ ਵੇਖੋ ਤੇ ਸਹੀ। ਕਹਿੰਦੇ ਜਦੋਂ ਜਾ ਕੇ ਵੇਖਿਆ ਉਹ ਗਾਗਰ ਵਿੱਚ ਸੱਚੀ ਸੱਪ। ਆਖੋ ਸਤਿਨਾਮ। ਪਿਆਰ ਵਾਲਾ ਕਹਿੰਦਾ ਉਹ ਗਾਗਰਾਂ ਨਹੀਂ ਤੋੜਦੇ ਸੀ, ਉਹ ਤਾਂ ਉਹਨਾਂ ਦੇ ਮਾੜੇ ਜਿਹੜੇ ਕਰਮ ਸੀ ਉਹਨਾਂ ਨੂੰ ਤੋੜਦੇ ਸੀ। ਆਖੋ ਸਤਿਨਾਮ। ਉਹਨਾਂ ਦੇ ਜਿਹੜੇ ਮਾੜੇ ਕਰਮ ਸੀ ਉਹ ਤਾਂ ਉਹਨਾਂ ਨੂੰ ਤੋੜਦੇ ਸੀ, ਉਹ ਗਾਗਰਾਂ ਨਹੀਂ ਤੋੜਦੇ ਸੀ। ਆਖੋ ਸਤਿਨਾਮ। ਖੈਰ ਇੱਕ ਦਿਨ ਮਾਤਾ ਜੀ ਨੇ ਫਿਰ ਗੋਬਿੰਦ ਜੀ ਨੂੰ ਕੀ ਕਹਿਣਾ ਸੀ, ਕਹਿੰਦੇ ਹੇ ਪ੍ਰਮਾਤਮਾ ਆ ਖੂਹ ਹੀ ਖਾਰਾ ਹੋ ਜਾਵੇ, ਤੇ ਉਸ ਖੂਹ ਦਾ ਪਾਣੀ ਜਿਹੜਾ ਸੀ ਖਾਰਾ ਹੋ ਗਿਆ। ਆਖੋ ਸਤਿਨਾਮ। ਖੈਰ ਗੋਬਿੰਦ ਜੀ ਉਦਾਸ ਚਿੱਤ ਰਹਿਣ ਲੱਗ ਪਏ
ਤਾਂ ਮਾਤਾ ਜੀ ਨੇ ਪੁੱਛਿਆ ਗੋਬਿੰਦ ਜੀ ਹੁਣ ਇਸ ਉਦਾਸੀ ਦਾ ਕੀ ਕਾਰਨ ਹੈ? ਤਾਂ ਮਹਾਰਾਜ ਕਹਿੰਦੇ ਐ ਕਿ ਮੇਰਾ ਹੁਣ ਆਪਣੇ ਪਿਤਾ ਜੀ ਦੇ ਦਰਸ਼ਨ ਕਰਨ ਨੂੰ ਚਿੱਤ ਕਰਦਾ। ਆਖੋ ਸਤਿਨਾਮ। ਸੁਨੇਹਾ ਭੇਜਿਆ ਗਿਆ। ਅਨੰਦਪੁਰ ਸਾਹਿਬ ਮਹਾਰਾਜ ਆ ਚੁੱਕੇ ਸੀ। 5 ਸਾਲ ਦੀ ਉਮਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੋਬਿੰਦ ਰਾਏ ਜੀ ਦਾ ਮੁਖ ਨਹੀਂ ਸੀ ਵੇਖਿਆ। ਆਖੋ ਵਾਹਿਗੁਰੂ। ਦੁਨਿਆਵੀ ਤੌਰ ਤੇ ਪਹਿਲਾਂ ਉਹ ਹੋਏ ਜਨਮ 27 ਸਾਲ ਬਾਅਦ ਹੋਇਆ, ਮਹਾਰਾਜ ਪ੍ਰਗਟ 27 ਸਾਲ ਬਾਅਦ ਹੋਏ ਤੇ 5 ਸਾਲ ਮਹਾਰਾਜ ਜੀ ਬੰਗਾਲ ਵੱਲ ਪ੍ਰਚਾਰ ਕਰਦੇ ਰਹੇ। ਤਾਂ ਬੰਗਾਲ ਤੋਂ ਸਿੱਧਾ ਮਹਾਰਾਜ ਜੀ ਮੱਖੋਵਾਲ ਦੀ ਧਰਤੀ ਤੇ ਆ ਗਿਆ। ਤਾਂ ਹੁਣ ਕਹਿਣ ਲੱਗੇ ਮੇਰਾ ਪਿਤਾ ਜੀ ਦੇ ਦਰਸ਼ਨ ਕਰਨ ਨੂੰ ਚਿੱਤ ਕਰਦਾ। ਸੁਨੇਹਾ ਭੇਜਿਆ ਕਿ ਆਪ ਜੀ ਦੇ ਲਾਲ ਜੀ ਹੁਣ ਬੜਾ ਉਦਾਸ ਚਿੱਤ ਰਹਿੰਦੇ ਨੇ, ਹੁਣ ਆਪ ਜੀ ਦਰਸ਼ਨ ਬਖਸ਼ੋ। ਤਾਂ ਭਾਈ ਮਤੀ ਦਾਸ ਜੀ ਨੂੰ ਕਿਹਾ ਗਿਆ ਕਿ ਪ੍ਰਬੰਧ ਕਰੋ, ਗੋਬਿੰਦ ਜੀ ਨੂੰ ਹੁਣ ਮੱਖੋਵਾਲ ਦੀ ਧਰਤੀ ਲੈ ਕੇ ਆਓ। ਕਹਿੰਦੇ ਅੱਜ ਹੁਣ ਜਦੋਂ ਖਬਰ ਫੈਲੀ ਵੀ ਗੋਬਿੰਦ ਜੀ ਨੇ ਜਾਣਾ ਹੈ, ਆਖੋ ਸਤਿਨਾਮ ਸ੍ਰੀ ਅਕਾਲ। ਐ ਲੱਗਦਾ ਜਿਵੇਂ ਸਾਰਾ ਪਟਨਾ ਅੱਜ ਬੜਾ ਉਦਾਸ ਚਿੱਤ ਹੋਇਆ ਹੈ। ਜਿਨ੍ਹਾਂ ਦੇ ਨਾਲ ਖੇਡਦੇ ਹੁੰਦੇ ਸੀ ਉਹ ਖੜੇ ਨੇ, ਕਹਿਣ ਲੱਗੇ ਗੋਬਿੰਦ ਜੀ ਕੌਣ ਖਵਾਊ ਪੂੜੀਆਂ ਛੋਲੇ, ਕੌਣ ਲੜਾਊ ਫੌਜਾਂ ਨੂੰ, ਗੰਗਾ ਕੰਢੇ ਹੱਸ ਖੇਡ ਕੇ ਕੌਣ ਲਟਾਊ ਮੌਜਾਂ ਨੂੰ। ਕਹਿੰਦੇ ਨੇ ਖਿੜ ਖਿੜ ਹੱਸਦੀਆਂ ਅੱਖੀਆਂ ਯਾਰ ਰਵਾਈ ਨਾ, ਅੱਧ ਵਿੱਚ ਤੋੜ ਪ੍ਰੀਤਾਂ ਛੱਡ ਕੇ ਗੋਬਿੰਦ ਜਾਈ ਨਾ। ਗੋਬਿੰਦ ਜੀ ਅੱਧ ਵਿਚਕਾਰ ਨਾ ਛੱਡ ਜਾਈ, ਆਖੋ ਸਤਿਨਾਮ। ਤੇ ਮਹਾਰਾਜ ਉਹੀ ਸਾਰਿਆਂ ਨੂੰ ਬਚਨ ਭਾਈ ਜਿਹਦੇ ਨਾਲ ਮੈਂ ਇੱਕ ਵਾਰ ਪ੍ਰੇਮ ਪਾ ਲਵਾਂ ਮੈਂ ਛੱਡ ਕੇ ਨਹੀਂ ਜਾਂਦਾ, ਆਖੋ ਸਤਿਨਾਮ। ਅੱਜ ਉਹ ਬੀਬੀਆਂ ਪਠਹਾਰਨਾ ਸਾਹਮਣੇ ਖੜੀਆਂ ਨੇ। ਗੋਬਿੰਦ ਜੀ ਸਾਡੇ ਮੱਥਿਆਂ ਦੇ ਵਿੱਚ ਵੀ ਤੀਰ ਮਾਰੋਗੇ ਤੇ ਅਸੀਂ ਸੀ ਨਹੀਂ ਕਰਾਂਗੀਆਂ, ਪਰ ਤੁਸੀਂ ਪਟਨਾ ਸਾਹਿਬ ਛੱਡ ਕੇ ਨਾ ਜਾਓ, ਆਖੋ ਸਤਿਨਾਮ। ਪਰ ਗੋਬਿੰਦ ਜੀ ਹੁਣ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਮੱਖੋਵਾਲ ਆਉਣਾ, ਆਖੋ ਸਤਿਨਾਮ। ਸਾਰਿਆਂ ਨੂੰ ਅਸੀਸਾਂ ਬਖਸ਼ਦੇ ਹੋਏ, ਪਿਆਰ ਬਖਸ਼ਦੇ ਹੋਏ ਗੋਬਿੰਦ ਜੀ ਪਾਲਕੀ ਤੇ ਸਵਾਰ ਹੁੰਦੇ ਨੇ। ਤਾਂ ਥੋੜਾ ਜਿਹਾ ਅੱਗੇ ਆ ਕੇ ਬੀਬੀ ਵਿਸ਼ਵੰਬਰੀ ਦੇਵੀ ਰਾਣੀ ਮੈਣੀ ਨੀਵੀਂ ਪਾਈ ਹੋਈ ਹੈ ਤੇ ਸਾਧ ਸੰਗਤ ਜੀ ਨੈਣਾ ਵਿੱਚੋਂ ਨੀਰ ਚੱਲ ਰਿਹਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਉਤਰੀ ਕਹਿਣ ਲੱਗੇ ਮਾਂ ਕੀ ਹੋਇਆ, ਬੜੇ ਬੈਰਾਗ ਵਿੱਚ ਰੋ ਕਿਉਂ ਰਹੀ ਹੈ, ਅੱਖਾਂ ਨਾਲ ਹੰਝੂ ਪੂੰਝਦੇ ਐ। ਤੇ ਰਾਣੀ ਮੈਣੀ ਕਹਿਣ ਲੱਗੀ ਜੇ ਛੱਡ ਕੇ ਜਾਣਾ ਸੀ ਫਿਰ ਮਾਂ ਕਾਹਤੋਂ ਆਖਿਆ ਸੀ, ਆਖੋ ਸਤਿਨਾਮ। ਜੇ ਮਾਂ ਬਣਾਇਆ ਤੇ ਫਿਰ ਛੱਡ ਕੇ ਕਿਉਂ ਚੱਲੇ ਹੋ? ਕਹਿਣ ਲੱਗੇ ਮੈਂ ਛੱਡ ਕੇ ਨਹੀਂ ਚੱਲਿਆ, ਆਖੋ ਸਤਿਨਾਮ। ਕਹਿੰਦੇ ਆਓ ਮਹਿਸੂਸ ਹੁੰਦਾ ਜਿਵੇਂ ਰਾਣੀ ਵਿਸ਼ਵੰਬਰੀ ਦੇਵੀ ਤੇ ਸਾਰਾ ਪਟਨਾ ਸਾਹਿਬ ਵੀ ਬੇਨਤੀਆਂ ਕਰ ਰਿਹਾ ਹੈ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਛੱਡ ਕੇ ਜਾਵੀਂ ਨਾ। ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਸਾਨੂੰ ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਮਨੋਂ ਭੁਲਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਪ੍ਰੀਤਮ ਛੱਡ ਕੇ ਜਾਵੀਂ ਨਾ। ਛੱਡ ਕੇ ਜਾਵੀਂ ਨਾ, ਪ੍ਰੀਤਮ ਛੱਡ ਕੇ ਜਾਵੀਂ ਨਾ। ਛੱਡ ਕੇ ਜਾਵੀਂ ਨਾ, ਛੱਡ ਕੇ ਜਾਵੀਂ ਨਾ। ਛੱਡ ਕੇ ਜਾਵੀਂ ਨਾ, ਛੱਡ ਕੇ ਜਾਵੀਂ ਨਾ। ਛੱਡ ਕੇ ਜਾਵੀਂ ਨਾ, ਛੱਡ ਕੇ ਜਾਵੀਂ ਨਾ। ਛੱਡ ਕੇ
ਛੱਡ ਕੇ ਜਾਵੀਂ ਨਾ ਸਾਨੂੰ ਮਨੋ ਭੁਲਾਵੀਂ ਛੱਡ ਕੇ ਜਾਵੀਂ ਨਾ ਮਨੋ ਭੁਲਾਵੀਂ ਨਾ ਸਾਨੂੰ ਭੁਲਾਵੀਂ ਨਾ ਮਨੋ ਭੁਲਾਵੀਂ ਨਾ ਭੁਲਾਵੀਂ ਨਾ ਮਨੋ ਭੁਲਾਵੀਂ ਨਾ ਪ੍ਰੀਤਮ ਛੱਡ ਕੇ ਜਾਵੀਂ ਨਾ ਮਨੋ ਭੁਲਾਵੀਂ ਨਾ ਪ੍ਰੀਤਮ ਛੱਡ ਕੇ ਜਾਵੀਂ ਨਾ। हे ਪ੍ਰੀਤਮ ਜੀ ਸਾਨੂੰ ਮਨੋ ਨਾ ਭੁਲਾਇਓ ਸਾਨੂੰ ਛੱਡ ਕੇ ਨਾ ਜਾਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤ ਸੰਗਤ ਜੀ ਮਹਾਰਾਜ ਜੀ ਬਚਨ ਦਿੰਦੇ ਐ ਕਿ ਮਾਂ ਜਦੋਂ ਛੋਲੇ ਪੂੜੀਆਂ ਬਣਾ ਕੇ ਆ ਮੇਰੇ ਨਾਲ ਦੇ ਬਾਲ ਸਖਾਇਆਂ ਨੂੰ ਛਕਾਇਆ ਕਰੋਗੇ ਨਾ ਇਹਨਾਂ ਦੇ ਵਿੱਚ ਹੀ ਛਕਦਿਆਂ ਹੋਇਆਂ ਤੁਹਾਨੂੰ ਮੇਰੇ ਦਰਸ਼ਨ ਹੋਇਆ ਕਰਨਗੇ ਆਖੋ ਸਤਨਾਮ। ਪੰਡਤ ਸ਼ਿਵਦੱਤ ਖੜੇ ਨੇ ਆਖੋ ਸਤਨਾਮ ਜਿਨੇ ਮਹਾਰਾਜ ਨੂੰ ਪਛਾਣਿਆ ਆਖੋ ਸਤਨਾਮ। ਉਹ ਵੀ ਚਰਨਾਂ ਤੇ ਸੀਸ ਰੱਖਿਆ ਗੋਬਿੰਦ ਜੀ। ਆਓ ਇੱਕ ਹੋਰ ਪੜ੍ਹ ਲਈਏ ਫਿਰ ਸਮਾਪਤੀ ਕਰਦੇ ਹਾਂ। ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ 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 ਭੁੱਲੀ ਨਾ ਭੁਲਾਵੀਂ ਨਾ ਤੂੰ ਭੁੱਲੀ ਨਾ ਭੁਲਾਵੀਂ ਭੁੱਲੀ ਨਾ ਭੁਲਾਵੀਂ ਨਾ ਤੂੰ ਭੁੱਲੀ ਨਾ ਭੁਲਾਵੀਂ ਨਾ ਤੂੰ ਭੁੱਲੀ ਨਾ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ ਨਾਮ ਸ੍ਰੀ ਨਾਮ ਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀਂ। ਗੋਬਿੰਦ ਜੀ ਨਾ ਭੁੱਲਿਓ ਨਾ ਭੁਲਾਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਮਹਾਰਾਜ ਸਾਹਿਬ ਜੀ ਨੂੰ ਫਿਰ ਮਾਖੋਵਾਲ ਦੀ ਧਰਤੀ ਤੇ ਲੈ ਕੇ ਆਏ ਸਤ ਸੰਗਤ ਜੀ। ਮਹਾਰਾਜ ਸਾਹਿਬ ਜੀ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖਿਆ ਤਾਂ ਉਸ ਸਮੇਂ ਨੂੰ ਅਨੁਭਵ ਕਰਕੇ ਦੇਖੋ ਵੀ ਜਦੋਂ ਇੰਨੇ ਸਮੇਂ ਬਾਅਦ ਗੋਬਿੰਦ ਰਾਏ ਜੀ ਨੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹੋਣ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨੈਣਾ ਦੇ ਨੀਰ ਨਾਲ ਮਹਾਰਾਜ ਸਾਹਿਬ ਜੀ ਦੇ ਚਰਨ ਧੋ ਦਿੱਤੇ। ਤਾਂ ਸਾਧ ਸੰਗਤ ਜੀ ਮਾਂ ਗੁਜਰ ਕੌਰ ਜੀ ਕਹਿਣ ਲੱਗੇ ਮੈਂ ਆਪ ਜੀ ਦੇ ਸਾਹਿਬਜ਼ਾਦੇ ਨੂੰ ਜਿੱਥੇ ਚੰਗੇ ਗੁਣ ਦੱਸੇ ਨੇ ਆਦਤਾਂ ਦਸੀਆਂ ਨੇ ਉੱਥੇ ਮੈਂ ਗੁਰਬਾਣੀ ਵੀ ਕੰਠ ਕਰਵਾਈ ਹੱਕ ਸਤਨਾਮ। ਤਾਂ ਸੁਣਾਓ ਲਾਲ ਜੀ ਫਿਰ ਕੋਈ ਬਾਣੀ। ਉਸ ਸਮੇਂ ਮਹਾਰਾਜ ਬਚਨ ਕਰਦੇ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ। ਭਾਵ ਕੀ ਸਭ ਤੋਂ ਪਹਿਲੀ ਬਾਣੀ
ਗੋਬਿੰਦ ਰਾਏ ਜੀ ਨੇ ਮਾਖੋਵਾਲ ਦੀ ਧਰਤੀ ਤੇ ਚੱਕ ਮਾਤਾ ਨਾਨਕੀ ਜੀ ਆ ਕੇ ਕਿਹੜੀ ਪੜ੍ਹੀ ਸੀ? ਆਨੰਦ ਸਾਹਿਬ। ਉੱਥੋਂ ਫਿਰ ਆਨੰਦਪੁਰ ਸਾਹਿਬ ਦਾ ਜਿਹੜਾ ਨਾਮ ਹੈ ਮਹਾਰਾਜ ਨੇ ਆਨੰਦਪੁਰ ਸਾਹਿਬ ਰੱਖਿਆ ਸੀ। ਪਹਿਲਾ ਨਾਮ ਸੀ ਚੱਕ ਨਾਨਕੀ ਤੇ ਮਾਖੋਵਾਲ ਦੀ ਧਰਤੀ। ਮਾਖੇ ਨੇ ਉਹ ਨਗਰ ਖਰੀਦਿਆ ਸੀਗਾ, ਦੈਂਤਾਂ ਵਾਲੇ ਕੰਮ ਕਰਨ ਲੱਗ ਗਿਆ ਤਾਂ ਮਾਖਾ ਦੈਂਤ ਕਹਿਣ ਲੱਗ ਗਏ। ਮਹਾਰਾਜ ਨੇ ਉਹਦਾ ਉਧਾਰ ਕੀਤਾ। ਤੋਂ ਪਹਿਲਾਂ ਮਾਖੇਵਾਲ ਦੀ ਧਰਤੀ ਸੀ, ਫਿਰ ਮਹਾਰਾਜ ਨੇ ਚੱਕ ਨਾਨਕੀ। ਤੇ ਜਦੋਂ ਮਹਾਰਾਜ ਨੇ ਚਰਨ ਪਾ ਦਿੱਤੇ ਫਿਰ ਉਹਦਾ ਨਾਮ ਪੈ ਗਿਆ ਸ੍ਰੀ ਅਨੰਦਪੁਰ ਸਾਹਿਬ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਦੋਂ ਮਹਾਰਾਜ ਦੀ ਏਜ 12 ਸਾਲ ਦੀ ਹੋ ਗਈ ਨਾ, ਆਖੋ ਗੋਬਿੰਦ ਰਾਏ ਜੀ ਤੇ ਰਾਣੀ ਮੈਣੀ ਦਾ ਚਿੱਤ ਕੀਤਾ ਵੀ ਬੇਸ਼ੱਕ ਰੋਜ਼ ਦਰਸ਼ਨ ਹੋ ਜਾਂਦੇ ਨੇ, ਪਰ ਫਿਰ ਵੀ ਇੱਕ ਵਾਰ ਜਾ ਕੇ ਆਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆਵਾਂ। ਆਖੋ ਸਤਨਾਮ। ਤਾਂ ਰਾਣੀ ਮੈਣੀ, ਪੰਡਤ ਸ਼ਿਵਦੱਤ, ਹੋਰ ਪਿਆਰ ਵਾਲੀਆਂ ਸੰਗਤਾਂ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲੇ। ਤਾਂ ਜਦੋਂ ਰੋਪੜ ਦੇ ਕੋਲ ਪਹੁੰਚ ਗਏ ਨਾ, ਇੱਧਰ ਮਹਾਰਾਜ ਨੂੰ ਵੀ ਪਤਾ ਹੈ ਵੀ ਸਾਡੀ ਧਰਮ ਦੀ ਜਿਹੜੀ ਮਾਂ ਹੈ ਰਾਣੀ ਵਿਸ਼ਵੰਬਰੀ ਦੇਵੀ, ਰਾਣੀ ਮੈਣੀ ਦਰਸ਼ਨਾਂ ਨੂੰ ਆ ਰਹੀ। ਆਖੋ ਸਤਨਾਮ। ਕਹਿੰਦੇ ਮਹਾਰਾਜ 35-40 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਉਰੇ ਰੋਪੜ ਵੱਲ ਨੂੰ ਚੱਲ ਕੇ ਆ ਗਏ ਤੇ ਰਾਣੀ ਮੈਣੀ ਉਸੇ ਤਰ੍ਹਾਂ ਪਾਲਕੀ ਵਿੱਚ ਸਵਾਰ ਹੋਈ ਹੈ। ਤੇ ਮਹਾਰਾਜ ਉਹੀ ਪਿਆਰ ਬਖਸ਼ਦੇ ਹੈ ਜਿਹੜਾ 5 ਸਾਲ ਦੀ ਉਮਰ ਚ ਦਿੰਦੇ ਸੀ। ਕਹਿੰਦੇ ਪਾਲਕੀ ਦਾ ਐ ਪਰੇ ਕਰਕੇ ਕਹਿਣ ਲੱਗੇ ਮਾਂ ਝਾਤੀ। ਆਖੋ ਸਤਨਾਮ। ਭਾਈ ਵੀਰ ਸਿੰਘ ਨੇ ਕਹਿੰਦੇ ਜਦੋਂ ਇਉਂ ਕੀਤਾ ਤੇ ਰਾਣੀ ਨੇ ਵੇਖਿਆ ਵੀ ਗੋਬਿੰਦ ਜੀ ਆ ਗਏ। ਕਹਿੰਦੇ ਘੁੱਟ ਕੇ ਗਲਵਕੜੀ ਪਾ ਲਈ, ਪੰਡਤ ਸ਼ਿਵਦੱਤ ਨੂੰ ਪਿਆਰ ਦਿੱਤਾ। ਤਾਂ ਫਿਰ ਮਹਾਰਾਜ ਸਾਹਿਬ ਜੀ ਉਸ ਪਾਲਕੀ ਨੂੰ ਆਪ ਮੋਢਾ ਨਾਲ ਦੇ ਕੇ ਆਨੰਦਪੁਰ ਸਾਹਿਬ ਲੈ ਕੇ ਆਏ। ਸਿੱਖਾਂ ਸੇਵਕਾਂ ਨੇ ਕਹਿਣਾ ਸਤਿਗੁਰੂ ਸਾਨੂੰ ਸੇਵਾ ਦੇ ਦਿਓ, ਤਾਂ ਮਹਾਰਾਜ ਨੇ ਕਹਿਣਾ ਨਹੀਂ ਭਾਈ, ਇਹਦੇ ਵਿੱਚ ਸਾਡੀ ਮਾਂ ਸਵਾਰ ਹੈ। ਆਖੋ ਸਤਨਾਮ। ਤੇ ਮਹਾਰਾਜ ਆਪ ਉਸ ਪਾਲਕੀ ਨੂੰ ਨਾਲ ਮੋਢਾ ਦੇ ਕੇ ਮਾਤਾ ਵਿਸ਼ਵੰਬਰੀ ਦੇਵੀ ਨੂੰ ਆਨੰਦਾਂ ਦੀ ਪੁਰੀ ਲੈ ਕੇ ਆਏ। ਸੋ ਮਹਾਰਾਜ ਜੀ ਕਿਰਪਾ ਕਰਨ। ਕੱਲ ਨੂੰ ਇਸ ਤੋਂ ਅੱਗੇ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਜਿਹੜੀ ਮੁੱਦਕੀ ਰੋਡ ਤੇ ਗਊਸ਼ਾਲਾ ਹੈ ਉੱਥੇ ਸਰਵਣ ਕਰਾਂਗੇ। ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਮਾਂ ਕੱਢਿਆ ਕਰੋ। ਲੜੀਵਾਰ ਇਹ ਮਹਾਰਾਜ ਸਾਹਿਬ ਦਾ ਜਿਹੜਾ ਇਤਿਹਾਸ ਹੈ ਇਹ ਆਪਾਂ ਸਾਰੇ ਜਿਹੜੇ ਹੈ ਇਹਦਾ ਆਨੰਦ ਮਾਣ ਸਕੀਏ, ਰਸ ਮਾਣ ਸਕੀਏ। ਨਿਤਨੇਮ ਕਰਿਆ ਕਰੋ, ਮੂਲ ਮੰਤਰ ਦਾ ਜਾਪ, ਵਾਹਿਗੁਰੂ ਗੁਰੂ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ। ਆਪਣੇ ਜੀਵਨ ਦੇ ਵਿੱਚ ਇੱਕ ਨਿਯਮ ਧਾਰਨ ਕਰੋ ਵੀ ਹਰ ਰੋਜ਼ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ। ਆਖੋ ਸਤਨਾਮ। ਵੀ ਰੋਜ਼ ਗੁਰੂ ਸਾਹਿਬ ਦੇ ਦਦਾਰ ਜੀ ਇੱਕ ਸਮੇਂ ਤਾਂ ਮਹਾਰਾਜ ਦੇ ਦਰਸ਼ਨ ਜ਼ਰੂਰ ਹੋਣ ਨਾ ਸਿੱਖ ਲਈ। ਇੱਕ ਸਮੇਂ ਤਾਂ ਮਹਾਰਾਜ ਦੀ ਹਜ਼ੂਰੀ ਚ ਵੇਖੋ। ਤੁਸੀਂ ਇਹ ਚਾਹੁੰਦੇ ਹੋ ਵੀ ਆਪਣੇ ਜਿਹੜੇ ਮੱਥੇ ਦੇ ਮਾੜੇ ਭਾਗ ਆ ਇਹ ਸਿੱਧੇ ਹੋ ਜਾਣ? ਚਾਹੁੰਦੇ ਕੀ ਚਾਹੁੰਦੇ ਨਹੀਂ? ਤਾਂ ਇੱਕ ਪੰਡਤ ਨੇ ਜਦੋਂ ਮਹਾਰਾਜ ਨੂੰ ਪੁੱਛਿਆ ਸੀ ਨਾ ਵੀ ਸਤਿਗੁਰੂ ਜੀ ਮੱਥਾ ਟੇਕਣ ਨਾਲ ਕੀ ਹੋ ਜਾਂਦਾ, ਤਾਂ ਮਹਾਰਾਜ ਦੇ ਕੋਲ ਇੱਕ ਸਟੈਂਪ ਮੋਹਰ ਪਈ ਸੀ। ਮਹਾਰਾਜ ਕਹਿੰਦੇ ਪੰਡਤ ਜੀ ਇਹਦੇ ਤੇ ਕੀ ਲਿਖਿਆ ਪੜ੍ਹਤ? ਕਹਿਣ ਲੱਗਾ ਮਹਾਰਾਜ ਜੀ ਐਵੇਂ ਤਾਂ ਪੜ੍ਹਨਾ ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਚਲ ਸੌਖਾ ਕਰ ਦਿੰਦੇ ਆ। ਮਹਾਰਾਜ ਨੇ ਇਹ ਕਾਗਜ਼ ਤੇ ਜਦੋਂ ਮੋਹਰ ਲਾਈ ਕਹਿੰਦੇ ਹੁਣ ਪੜ੍ਹੋ। ਮੋਹਰ ਤੋਂ ਨਾ ਪੜਿਆ ਗਿਆ, ਕਾਗਜ਼ ਤੋਂ ਪੜ੍ਹ ਦਿੱਤਾ ਵੀ ਮੋਹਰ ਤੇ ਕੀ ਲਿਖਿਆ। ਆਖੋ ਸਤਨਾਮ। ਕਿਉਂ? ਮੋਹਰ ਦੇ ਅੱਖਰ ਜਿਹੜੇ ਉਹ ਪੁੱਠੇ ਸੀ। ਤਾਂ ਗੁਰੂ ਸਾਹਿਬ ਕਹਿਣ ਲੱਗੇ ਪੰਡਤ ਜੀ ਇਸੇ ਤਰ੍ਹਾਂ ਹੀ ਜਦੋਂ ਸਿੱਖ ਆਪਣੇ ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਮਸਤਕ ਰੱਖਦਾ ਤਾਂ ਮੱਥੇ ਦੇ ਜਿਹੜੇ ਪੁੱਠੇ ਲੇਖ ਆ ਇਹ ਵੀ ਸਿੱਧੇ ਹੋ ਜਾਂਦੇ ਨੇ। ਆਖੋ ਸਤਨਾਮ। ਤੇ ਆਪਣੇ ਦਾ ਪਤਾ ਨਹੀਂ ਕਿੰਨੇ ਕੁ ਪੁੱਠੇ। ਆਖੋ ਵਾਹਿਗੁਰੂ। ਪਤਾ ਨਹੀਂ ਆਪਾਂ ਕੀ ਕੁਝ ਕਰਦੇ ਆ। ਸਾਰੀ ਜ਼ਿੰਦਗੀ ਮੱਥਾ ਟੇਕਾਂਗੇ ਤਾਂ ਕੀ ਪਤਾ ਇੱਕ ਦਿਨ ਉਹ ਮੱਥਾ ਟੇਕੂਗਾ ਜਿੱਦਣ ਮੱਥੇ ਦੇ ਲੇਖ ਸਿੱਧੇ ਹੋਣਗੇ। ਆਖੋ ਸਤਨਾਮ। ਬਾਣੀ ਚਾਹੁੰਦਾ ਨਾ ਵੀ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਵੀ ਇੱਕ ਵਾਰ ਜਪੇ ਹੀ ਬਹੁਤ ਹੈ। ਤਾਂ ਮੇਰੇ ਵਰਗਾ ਸਾਰਾ ਦਿਨ ਫੇਸਬੁੱਕ ਚਲਾ ਕੇ, ਇੰਸਟਾਗ੍ਰਾਮ ਚਲਾ ਕੇ, ਗਾਣੇ ਸੁਣ ਕੇ ਕਹਿ ਦੇਵੇ ਇੱਕ ਵਾਰੀ ਕਹਿ ਦੇਵੇ ਵਾਹਿਗੁਰੂ। ਮਹਾਰਾਜ ਤੁਸੀਂ ਕਿਹਾ ਇੱਕ ਵਾਰੀ ਕਿਹਾ ਬਹੁਤ। ਆਖੋ ਸਤਿ ਐ ਨਹੀਂ
ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਉਹ ਇੱਕ ਵਾਰੀ ਮੂੰਹੋਂ ਨਿਕਲੇਗਾ ਜਿਹੜਾ ਮਹਾਰਾਜ ਕਹਿੰਦੇ ਇੱਕ ਵਾਰੀ ਕਿਹਾ ਹੀ ਬਹੁਤ ਆਖੋ ਸਤਿਨਾਮ। ਸਮਝੇ ਮੇਰੀ ਬੇਨਤੀ? ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਕਵਾਂਗੇ ਤਾਂ ਉਹ ਘੜੀ ਆਊਗੀ ਵੀ ਇੱਕ ਵਾਰੀ ਕਵਾਂਗੇ, ਕਿਤੇ ਉਹ ਇੱਕ ਵਾਰੀ ਮੂੰਹੋਂ ਨਿਕਲ ਜਾਏਗਾ ਵੀ ਅੰਦਰ ਆਤਮਿਕ ਆਨੰਦ ਮਿਲ ਜਾਏ ਆਖੋ ਸਤਿਨਾਮ। ਖੈਰ ਹੁਣ ਵਿਸਥਾਰ ਚ ਜਾਣ ਦਾ ਸਮਾਂ ਨਹੀਂ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਲੰਗਰ ਪ੍ਰਸ਼ਾਦਾ ਭਾਈ ਤਿਆਰ ਹੈ। ਸਾਰੀ ਸੰਗਤ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਕੱਲ ਰਾਤ ਨੂੰ ਵੀ ਉਹੀ 7 ਤੋਂ ਲੈ ਕੇ 8:20 ਤੱਕ ਹਰ ਜਸ ਕੀਰਤਨ ਹੋਏਗਾ। ਤੋ ਸਾਰਿਆਂ ਨੇ ਭਾਈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਭੁੱਲਾਂ ਦੀ ਖਿਮਾ ਬਖਸ਼ਣਾ। ਆਓ ਆਨੰਦ ਸਾਹਿਬ ਦਾ ਜਾਪ ਕਰੀਏ। ਜਿਹੜੇ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਗਈ ਹੈ, ਧੰਨਵਾਦ ਹੈ। ਸਤਿਗੁਰੂ ਜੀ ਕਿਰਪਾ ਕਰ ਇਸੇ ਤਰ੍ਹਾਂ ਹੀ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਆਪਣੀਆਂ ਸੰਗਤਾਂ ਦਾ ਆਪਣਾ ਪਿਆਰ ਮਹਾਰਾਜ ਬਖਸ਼ਿਸ਼ ਕਰਨ। ਇਹੀ ਅਰਦਾਸ ਬੇਨਤੀ ਜੋਦੜੀ ਹੈ। ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਚੀ ਮਨ ਵਸਿਆ ਸਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿਣਾ ਕਿ ਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਮ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਲ ਤੇ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ। ਕਹਿਣਾ ਮਨ ਮੇਰੇ ਸਦਾ ਰੋ ਹਰਿ ਨਾਮ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ। ਨਾਮ ਜਿਨ ਕੈ ਮਨ ਵਸਿਆ ਬਜ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਜਾਂ ਨਹੀਂ ਕਰਤੇ ਰਹਿ। ਸਤਿਨਾਮ ਮੇਰਾ ਆਧਾਰੋ ਸਤਿਨਾਮ ਮੇਰਾ ਮੇਰਾ ਜਨ ਪੁੱਛਾਂ ਸਭ ਗਵਾਇਆ। ਕਰ ਆਪ ਸੁਖ ਮਨ ਆਏ ਬਸਿਆ ਜਿਨ ਵਿਛਾ ਸਭ ਪੁਜਾਇਆ। ਸਤਿਗੁਰ ਬਾਣ ਕੀਤਾ ਗੁਰ ਵਿਟੋ ਦੁਸਤੀਆਂ ਵਡਿਆਈਆਂ। ਕਹਿ ਨਾਨਕ ਸੁਨੋ ਸੰਤੋ ਸਭ ਕਰੋ ਪਿਆਰੋ। ਸਾਚਾ ਨਾਮ ਮੇਰਾ ਵਜ ਪੰਜ ਸਰਤ ਘਰ ਸੁਭਾਗੈ। ਘਰ ਸੁਭਾਗੈ ਜਵਾਜੇ ਕਲਾ ਜਿਤ ਘਰ ਸਾਰਿਆ। ਪੰਚ ਦੁਖ ਨਾਸ ਕੀਤੇ ਕਾਲ ਕੰਟਕ ਮਾਰਿਆ। ਹਰ ਕਰਮ ਪਾਇਆ ਤੋ ਦੁਜਨ ਕੋ ਸਹਿ ਨਾਮ ਹਰ ਕੈ ਲਾਗੀ। ਗੁਰੂ ਕਰਮ ਪਾਇਆ ਤੁਜਨ ਕੋ ਨਾਮ ਹਰ ਕੈ ਲਾਗੀ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ। ਅਨੰਦ ਸੁਨੋ ਮਨ ਭਾਗੀ ਹੋ ਸਗਲ ਮਨੋਰਥ ਪੂਰੇ। ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਕੇ ਜਾਨ। ਸੁਣ ਤੇਰੇ ਕਹਿ ਕਵਿ ਸਤਿਗੁਰ ਰਹਿਆ ਭਰਪੂਰੇ। ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ
माता कर तुम हक दिवस रात कोई दाई दाया खेले सगले जगत कन्याई का बुराई वाक्य कर्म दूर करनी आप अपनी कहने लगे दूर दिल्ली नाम त्याया प्रेम सत्कार नानक ते मुख उजले खेती शुद्धि नाल दिल्ली नाम त्याया प्रेम सत्कार नानक ते मुख उजले खेती शुद्धि नाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह तुझे आके